ਸਤਿ ਸ਼੍ਰੀ ਅਕਾਲ ਦੋਸਤੋ, BBS ਅਕੈਡਮੀ ਤੁਹਾਡਾ ਸਵਾਗਤ ਹੈ। ਸੋ ਅੱਜ ਆਪਾਂ ਪੜ੍ਹਾਂਗੇ ਜੀ ਪੋਲੀਟੀ ਦਾ ਆਪਾਂ ਪੜ੍ਹਾਂਗੇ ਲੈਕਚਰ ਜਿਹੜਾ ਉਹ ਪਹਿਲਾ, ਜਿਹਦੇ ਵਿੱਚ ਮੈਂ ਤੁਹਾਨੂੰ ਕਰਾਊਂਗਾ ਪ੍ਰੈਜ਼ੀਡੈਂਟ ਆਫ ਇੰਡੀਆ। ਸੋ ਇਹ ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਟੌਪਿਕ ਹੈ ਇਹਦਾ ਤਕਰੀਬਨ ਪੰਜਾਬ ਦੇ ਹਰ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ। ਇਹ ਵੈਸੇ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਵਿੱਚੋਂ ਤਕਰੀਬਨ 1 ਜਾਂ 2 ਕੁਐਸਚਨ ਹਰ ਐਗਜ਼ਾਮ 'ਚ ਤਾਂ ਲਾਜ਼ਮੀ ਆਉਂਦੇ ਹੀ ਆਉਂਦੇ ਆ। ਤਾਂ ਆਪਾਂ ਉਹ 1 ਜਾਂ 2 ਨੰਬਰ ਜਿਹੜੇ ਉਹ ਅੱਜ ਆਪਾਂ ਪੂਰੇ 100% ਪੱਕੇ ਕਰ ਲੈਣੇ ਆ। ਹਰੇਕ ਚੀਜ਼ ਆਪਾਂ ਡਿਸਕਸ ਕਰਾਂਗੇ ਵਿਦ ਡਿਟੇਲ ਦੇ ਵਿੱਚ। ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦਾ ਟੌਪਿਕ ਪ੍ਰੈਜ਼ੀਡੈਂਟ ਆਫ ਇੰਡੀਆ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਜੀ ਜਿੰਨੇ ਵੀ ਆਪਣੇ ਰਾਸ਼ਟਰਪਤੀ ਹੋਇਆ ਹੁਣ ਤੱਕ ਦੇ, ਉਹਨਾਂ ਦੇ ਰਿਲੇਟਡ ਜਿੰਨੇ ਵੀ ਆਪਣੇ ਐਗਜ਼ਾਮ ਦੇ ਵਿੱਚ MCQ ਪੁੱਛੇ ਜਾਂਦੇ ਆ ਉਹਨਾਂ ਨੂੰ ਆਪਾਂ ਇੱਥੇ ਡਿਸਕਸ ਕਰਾਂਗੇ ਪਹਿਲੀ ਸਲਾਈਡ ਦੇ ਵਿੱਚ। ਸੋ ਇਸ ਦੇ ਵਿੱਚ ਆਪਣੇ ਜਿਹੜੇ ਸਭ ਤੋਂ ਪਹਿਲੇ ਰਾਸ਼ਟਰਪਤੀ ਆਉਂਦੇ ਉਹ ਕਿਹੜੇ ਆ ਜੀ? ਡਾਕਟਰ ਰਜਿੰਦਰ ਪ੍ਰਸਾਦ। ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ। ਆਜ਼ਾਦੀ ਤੋਂ ਬਾਅਦ ਆਪਣੇ ਜਿਹੜੇ ਪਰਮਾਨੈਂਟ ਪਹਿਲੇ ਰਾਸ਼ਟਰਪਤੀ ਜਿਹੜੇ ਬਣੇ ਆ ਉਹ ਕਿਹੜੇ ਸੀਗੇ? ਡਾਕਟਰ ਰਜਿੰਦਰ ਪ੍ਰਸਾਦ। ਸੋ ਇਸ ਤੋਂ ਇਲਾਵਾ ਇਹਨਾਂ ਵਿੱਚ ਇਹ ਗੱਲ ਯਾਦ ਰੱਖਣੀ ਹੈ, ਇਹ ਪਹਿਲੇ ਤਾਂ ਸੀਗੇ, ਇਹ ਪਹਿਲੇ ਰਾਸ਼ਟਰਪਤੀ ਹੋਣ ਦੇ ਨਾਲ ਇਹ ਜਿਹੜੇ ਸੀਗੇ ਰਾਸ਼ਟਰਪਤੀ, ਇਹਨਾਂ ਦਾ ਜਿਹੜਾ ਟਨਿਓਰ ਹੈ ਯਾਨੀ ਕਿ ਜਿਹੜਾ ਇਹਨਾਂ ਦਾ ਕਾਰਜਕਾਲ ਹੈ ਉਹ ਕੀ ਹੈ? ਸਭ ਤੋਂ ਲੌਂਗੈਸਟ ਹੈ। ਠੀਕ ਹੈ, ਲੌਂਗੈਸਟ ਕੀ ਇਹਨਾਂ ਦਾ ਕਾਰਜਕਾਲ, ਟਨਿਓਰ ਇਹਨੂੰ ਆਪਾਂ ਕਹਿੰਦੇ ਇੰਗਲਿਸ਼ 'ਚ। ਅਤੇ ਕਿੰਨੇ ਸਾਲਾਂ ਦਾ ਟਨਿਓਰ ਹੈ? ਲਗਾਤਾਰ 12 ਸਾਲ, ਯਾਨੀ ਕਿ ਲਗਾਤਾਰ 12 ਸਾਲ ਇਹ ਆਪਦੇ ਕਾਰਜਕਾਲ 'ਚ ਰਹੇ ਆ, ਯਾਨੀ ਕਿ ਰਾਸ਼ਟਰਪਤੀ ਬਣੇ ਰਹੇ ਆ। ਠੀਕ ਹੈ, ਇੱਕ ਗੱਲ ਹੋਰ ਇਸ 'ਚ ਖਾਸ ਗੱਲ ਧਿਆਨ ਰੱਖਣੀ ਹੈ, ਇਹ ਇੱਕੋ ਹੀ ਇਸ ਤਰ੍ਹਾਂ ਦੇ ਰਾਸ਼ਟਰਪਤੀ ਹੋਏ ਆ ਜਿਹੜੇ ਲਗਾਤਾਰ 2 ਵਾਰੀ, ਦੇਖੋ 5 ਸਾਲ ਹੁੰਦੀ ਹੈ ਟਰਮ ਰਾਸ਼ਟਰਪਤੀ ਦੀ, ਤਾਂ ਲਗਾਤਾਰ 2 ਵਾਰੀ ਸੀਕੁਐਂਸ ਅਕੋਰਡਿੰਗ ਰਾਸ਼ਟਰਪਤੀ ਬਣੇ ਰਹੇ ਆਪਣੇ ਡਾਕਟਰ ਰਜਿੰਦਰ ਪ੍ਰਸਾਦ ਜੀ। ਉਸ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦਾ ਰਾਸ਼ਟਰਪਤੀ ਨਹੀਂ ਹੋਇਆ ਜਿਹੜਾ ਲਗਾਤਾਰ 2 ਵਾਰੀ ਰਾਸ਼ਟਰਪਤੀ ਬਣਿਆ ਹੋ। ਠੀਕ ਹੈ ਜੀ। ਫਿਰ ਇਸ 'ਚ ਤੀਸਰੀ ਗੱਲ ਇਹ ਵੀ ਯਾਦ ਰੱਖਣੀ ਹੈ ਵੀ ਇਹਨਾਂ ਨੂੰ ਇੰਡੀਅਨ ਗੌਰਮੈਂਟ ਵੱਲੋਂ ਭਾਰਤ ਰਤਨ ਅਵਾਰਡ ਵੀ ਦਿੱਤਾ ਗਿਆ ਸੀ। ਠੀਕ ਹੈ, ਭਾਰਤ ਰਤਨ ਅਵਾਰਡ ਵੀ ਇਹਨਾਂ ਨੂੰ ਦਿੱਤਾ ਗਿਆ ਸੀ। ਸੋ ਨੈਕਸਟ ਫਿਰ ਅੱਗੇ ਆਪਣੇ ਆ ਗਏ ਜੀ S ਰਾਧਾ ਕ੍ਰਿਸ਼ਨਨ। ਇਹ ਵੀ ਬਹੁਤ ਇੰਪੋਰਟੈਂਟ ਹੈ ਜੀ। S ਰਾਧਾ ਕ੍ਰਿਸ਼ਨਨ 'ਚ ਕੀ ਗੱਲਾਂ ਆਪਾਂ ਯਾਦ ਰੱਖਣੀਆਂ? ਸਭ ਤੋਂ ਪਹਿਲੀ ਗੱਲ ਤੁਸੀਂ ਇਹ 'ਚ ਯਾਦ ਰੱਖਣੀ ਇਹ ਕਿ ਭਾਰਤ ਰਤਨ ਤਾਂ ਇਹਨਾਂ ਨੂੰ ਵੀ ਮਿਲਿਆ ਹੋਇਆ ਸੀ ਅਵਾਰਡ। ਉਸ ਤੋਂ ਇਲਾਵਾ ਇਹ ਆਪਣੇ ਇੰਡੀਆ ਦੇ ਪਹਿਲੇ ਵਾਈਸ ਪ੍ਰੈਜ਼ੀਡੈਂਟ ਸੀਗੇ। ਠੀਕ ਹੈ, ਇਹ ਕੌਣ ਸੀ? ਆਪਣੇ ਪਹਿਲੇ ਵਾਈਸ ਪ੍ਰੈਜ਼ੀਡੈਂਟ। ਤਾਂ ਆਪਾਂ ਨੂੰ ਘੁਮਾ ਕੇ ਕੁਐਸਚਨ ਕੀ ਪੁੱਛਿਆ ਜਾਊਗਾ ਵੀ ਇੰਡੀਆ ਦੇ ਵਿੱਚ ਦੱਸੋ ਕਿਹੜਾ ਰਾਸ਼ਟਰਪਤੀ ਹੈ ਜਿਹੜਾ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕਿਆ। ਠੀਕ ਹੈ ਜੀ। ਤਾਂ ਆਪਾਂ ਆਨਸਰ ਕੀ ਲਾਵਾਂਗੇ ਇੱਥੇ ਫਿਰ? S ਰਾਧਾ ਕ੍ਰਿਸ਼ਨਨ। ਠੀਕ ਹੈ ਜੀ, S ਰਾਧਾ ਕ੍ਰਿਸ਼ਨਨ। ਫਿਰ ਅੱਗੇ ਨੈਕਸਟ ਅੱਗੇ ਆ ਗਿਆ ਜੀ ਜ਼ਾਕਿਰ ਹੁਸੈਨ। ਜ਼ਾਕਿਰ ਹੁਸੈਨ ਜੀ ਬਹੁਤ ਇੰਪੋਰਟੈਂਟ ਹੈ ਜੀ। ਕਿਉਂਕਿ ਇੱਕ ਤਾਂ ਇਹ ਪਹਿਲੇ ਆਪਣੇ ਮੁਸਲਿਮ ਪ੍ਰੈਜ਼ੀਡੈਂਟ ਸੀਗੇ, ਫਸਟ। ਠੀਕ ਹੈ ਜੀ, ਫਸਟ ਕੀ ਹੈ? ਮੁਸਲਿਮ ਪ੍ਰੈਜ਼ੀਡੈਂਟ। ਇਸ ਤੋਂ ਇਲਾਵਾ ਇਹਨਾਂ ਦਾ ਸ਼ੋਰਟੈਸਟ ਟਨਿਓਰ ਹੈ, ਸ਼ੋਰਟੈਸਟ ਟਨਿਓਰ। ਦੇਖੋ ਇੱਥੇ ਤੁਸੀਂ ਗੱਲ ਇੱਕ ਯਾਦ ਰੱਖਣੀ ਹੈ। ਠੀਕ ਹੈ, ਇੱਕ ਨੂੰ ਮੈਂ ਇੱਥੇ ਲਿਖ ਹੀ ਦੇਣਾ, ਸ਼ੋਰਟੈਸਟ ਕੀ ਇਹਨਾਂ ਦਾ ਟਨਿਓਰ ਹੈ। ਤਾਂ ਇੱਥੇ ਤੁਸੀਂ ਗੱਲ ਯਾਦ ਕੇ ਰੱਖਣੀ ਹੈ, ਇਹ ਜਿਹੜਾ ਬਣੇ ਆ ਰਾਸ਼ਟਰਪਤੀ ਤਾਂ ਕਦੋਂ ਬਣੇ? 1967 'ਚ ਬਣਿਆ। ਠੀਕ ਹੈ ਜੀ, 1967 'ਚ ਬਣਨ ਤੋਂ ਬਾਅਦ ਇਹ 69 'ਚ ਕੀ ਹੋ ਜਾਂਦੀ ਹੈ? 2 ਸਾਲਾਂ ਬਾਅਦ ਇਹਨਾਂ ਦੀ ਡੈਥ ਹੋ ਜਾਂਦੀ ਹੈ। ਤਾਂ ਡੈਥ ਜਿਹੜੀ ਹੋਈ ਸੀ ਅਚਾਨਕ ਹੋਈ ਸੀ, ਹਾਰਟ ਅਟੈਕ ਆਉਣ ਦੇ ਕਾਰਨ ਹੋਈ ਸੀ। ਤਾਂ ਜਿਹੜਾ ਇਹ ਇਹਨਾਂ ਦਾ ਟਨਿਓਰ ਹੈ ਉਹ ਸ਼ੋਰਟੈਸਟ ਇਸੇ ਕਰਕੇ ਕਿਉਂਕਿ ਡੈਥ ਹੋ ਗਈ ਸੀ 2 ਸਾਲਾਂ 'ਚ ਹੀ। ਤਾਂ ਡੈਥ ਹੋਣ ਤੋਂ ਬਾਅਦ ਫਿਰ BB ਗਿਰੀ ਜੀ ਨੂੰ ਐਜ਼ ਏ ਐਕਟਿੰਗ ਜਿਹੜਾ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ। ਠੀਕ ਹੈ, ਬਟ ਆਪਾਂ ਇੱਥੇ ਇੱਕ ਵਾਰੀ ਨਹੀਂ ਗੱਲ ਯਾਦ ਰੱਖਣੀ, ਸ਼ੋਰਟੈਸਟ ਟਨਿਓਰ ਕਿਹਨਾਂ ਦਾ? ਇੱਕ ਇੱਥੇ ਡਾਕਟਰ ਜ਼ਾਕਿਰ ਹੁਸੈਨ ਜੀ ਦਾ ਸਿਰਫ 2 ਸਾਲ ਸੀਗਾ। ਇਸ ਤੋਂ ਇਲਾਵਾ ਇਹ ਪਹਿਲੇ ਇਸ ਤਰ੍ਹਾਂ ਦੇ ਰਾਸ਼ਟਰਪਤੀ ਹੋਏ ਆ ਜਿਹੜੇ ਆਪਦੇ ਆਫਿਸ 'ਚ, ਯਾਨੀ ਕਿ ਇਹਨੇ ਆਫਿਸ ਦੇ ਦੌਰਾਨ ਹੀ ਮਰਿਆ। ਯਾਨੀ ਕਿ ਆਫਿਸ ਦੇ ਦੌਰਾਨ ਦਾ ਮਤਲਬ ਇਹ ਹੈ ਵੀ ਆਪਦੇ ਕਾਰਜਕਾਲ ਦੇ ਦੌਰਾਨ ਇਹਨਾਂ ਦੀ ਕੀ ਹੋਈ ਹੈ? ਡੈਥ ਹੋਈ ਹੈ। ਠੀਕ ਹੈ ਜੀ। ਤਾਂ 3 ਜਿਹੜੀਆਂ ਗੱਲਾਂ ਇਹ ਧਿਆਨ ਰੱਖਣੀਆਂ ਆਪਣੇ ਜ਼ਾਕਿਰ ਹੁਸੈਨ ਜੀ ਬਾਰੇ। ਠੀਕ ਹੈ, ਤਾਂ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਿਆ ਸੀਗਾ। ਹੁਣ ਆਪਾਂ ਗੱਲ ਕਰਦੇ BB ਗਿਰੀ ਜੀ ਬਾਰੇ। ਦੇਖੋ ਜਦੋਂ ਇਹਨਾਂ ਦੀ ਡੈਥ ਹੋਈ ਤਾਂ ਨਾਲ ਦੀ ਨਾਲ BB ਗਿਰੀ ਜੀ ਨੂੰ ਕੀ ਬਣਾਇਆ ਗਿਆ? ਐਕਟਿੰਗ ਪ੍ਰੈਜ਼ੀਡੈਂਟ ਬਣਾਇਆ ਗਿਆ। ਠੀਕ ਹੈ, ਐਕਟਿੰਗ ਪ੍ਰੈਜ਼ੀਡੈਂਟ ਦਾ ਮਤਲਬ ਕੀ ਹੁੰਦਾ? ਜਿਹੜਾ ਰਾਸ਼ਟਰਪਤੀ ਨਹੀਂ ਬਣਿਆ ਪਰ ਰਾਸ਼ਟਰਪਤੀ ਐਜ਼ ਏ ਰਾਸ਼ਟਰਪਤੀ ਉਹਨਾਂ ਨੂੰ ਜਾਣੀ ਕਿ ਬਣਾਇਆ ਗਿਆ। ਠੀਕ ਹੈ, ਪਰਮਾਨੈਂਟ ਰਾਸ਼ਟਰਪਤੀ ਨਹੀਂ ਬਣਾਇਆ ਗਿਆ, ਟੈਂਪਰੇਰੀ ਜਿਹੜਾ ਐਜ਼ ਏ ਐਕਟਿੰਗ ਰਾਸ਼ਟਰਪਤੀ ਜਿਹੜਾ ਉਹ ਬਣਾਇਆ ਗਿਆ। ਤਾਂ ਇਹ ਜਿਹੜੇ BB ਗਿਰੀ ਜੀ ਸੀਗੇ ਇਹਨਾਂ ਨੂੰ ਜਾਣੀ ਕਿ 2 ਕੁ ਮਹੀਨੇ ਵਾਸਤੇ ਬਣਾਇਆ ਗਿਆ ਸੀਗਾ। ਤਾਂ ਇੱਥੇ ਤੁਸੀਂ ਗੱਲ ਇਹ ਵੀ ਯਾਦ ਰੱਖਣੀ ਹੈ ਇਹਨਾਂ ਵਿੱਚ ਵੀ ਜ਼ਾਕਿਰ ਹੁਸੈਨ ਜੀ ਤੋਂ ਬਾਅਦ ਆਪਣੇ ਜਿਹੜੇ ਪਹਿਲੇ ਰਾਸ਼ਟਰਪਤੀ ਬਣੇ ਐਕਟਿੰਗ ਪ੍ਰੈਜ਼ੀਡੈਂਟ, ਠੀਕ ਹੈ, ਟੈਂਪਰੇਰੀ ਆਪਾਂ ਕਹਿ ਦਈਏ, ਤਾਂ ਉਹ ਕਿਹੜੇ? BB ਗਿਰੀ ਜੀ ਹੈ। ਠੀਕ ਹੈ, BB ਗਿਰੀ ਜੀ ਤੋਂ ਬਾਅਦ ਇੱਥੇ 69 ਦੇ ਵਿੱਚ ਹੀ ਇੱਕ ਬੰਦੇ ਨੂੰ ਹੋਰ ਐਕਟਿੰਗ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਵਿੱਚ, ਉਹ ਵੀ 1.5-2 ਮਹੀਨੇ ਵਾਸਤੇ ਬਣਾਇਆ ਗਿਆ ਸੀ ਇਹਨਾਂ ਨੂੰ।
ਉਹਨਾਂ ਦਾ ਨਾਮ ਕੀ ਸੀ, ਯਾਦ ਰੱਖਣਾ ਜੀ, ਬਹੁਤ ਬਹੁਤ ਇੰਪੋਰਟੈਂਟ ਹੈ। एम हिद्यत, ठीक है, मैं इत्थे लिख देना स्पैलिंग, एम हिद्यत उल्ला, ठीक है। एम हिद्यत उल्ला नूं सैकेंड एक्टिंग प्रैजिडेंट बनाया गया, ठीक है। सैकेंड एक्टिंग की बनाया गया, प्रैजिडेंट बनाया गया। तो खास गल किहड़ी इहदे च याद रखण वाली अपनी ओह कि ये जिहड़े एम हिद्यत उल्ला जी सीगे ये अपने चीफ जस्टिस ऑफ इंडिया सी। जान कि क्वेश्चन हुण आपां नूं इत्थे की पुछ सकदे आ भी वो किहड़े चीफ जस्टिस ऑफ इंडिया से जिहड़े राष्ट्रपति भी रह चुके हैं या राष्ट्रपति बने थे, तो आपां कहांगे एम हिद्यत उल्ला। तो समझ लग गई ना गल। तो जाकिर हुसैन जी तो बाद जिहड़े आ दो जिहड़े आ एक्टिंग प्रैजिडेंट बने थे। एक तो किहड़े बने थे, वी गिरी जी 2 महीने वास्ते, तो 1.5 महीने वास्ते जिहड़े बने थे वो बने से एम हिद्यत उल्ला। ये कौन सी अपने सैकेंड एक्टिंग प्रैजिडेंट सीगे ते चीफ जस्टिस ऑफ इंडिया सी, ठीक है जी। तो जदों इन्हों का भी समा जो पूरा होया 1.5 महीने बाद, तो इन्होंने की किया फिर वी गिरी जी इलैक्शन जिते आ। वी गिरी जी इलैक्शन जितन तो बाद अपने परमानेंट जो चौथे राष्ट्रपति बने वो फिर दोबारा बने वी गिरी जी, ठीक है, वी गिरी। समझ लगी ना गल। फिर नैक्सट अगे आ गए जी एफ अली अहमद। एफ अली अहमद ये भी जोड़े है इन्हें जोड़े राष्ट्रपति है इन्हों की जी डैथ है वो भी ऑफिस के दौरान हुई सी, जानी कि कार्यकाल दे वेले ही इन्हों की डैथ हो गई थी। तुसीं देख सकते हो 74 च बने थे तो 77 च इन्हों की डैथ हो गई थी, ठीक है। जानी कि ये 3 साल जोड़े है राष्ट्रपति बने रहे हैं, ठीक है। नैक्सट फिर अगे आ गए नीलम संजीवा रेड्डी, मोस्ट इंपोर्टेंट है जी, ठीक है, मोस्ट इंपोर्टेंट है नीलम संजीवा रेड्डी। क्यों इंपोर्टेंट है, क्योंकि ये ਜਿਹੜੇ राष्ट्रपति होया एक तो खास गल याद रखनी कि एक तो ये यंगेस्ट सीगे, ठीक है, यंगेस्ट राष्ट्रपति थी। तो अपने इंडिया च यंगेस्ट राष्ट्रपति किन्ने चिर दा जी, 64 साल वाला, बहुत वधिया गल है ना। तो यंगेस्ट की से अपने प्रेजिडेंट सीगे, ठीक है। ये मैं इंपोर्टेंट क्यों कहा, क्योंकि यह बहुत लकीएस्ट परसन से, लकीएस्ट परसन मैं इत्थे क्यों कहा, क्योंकि ये इको एक इस तरह के राष्ट्रपति होया जिहड़े कि इलैक्शन लड़िया अनअपोज्ड, ठीक है। अनअपोज्ड का मतलब होंदा जिन्हां दे विच कोई विरोधी नहीं सीगा, जानी कल्ले चुनाव लड़े थे कि इन्हां दे नाल किसी होर बंदे ने नॉमीनेशन नहीं भरी सी, ठीक है। तो यह चुनाव जिते सी, तो इन्होंने लकीएस्ट परसन कहा जाता है। तो जिहड़ी इन्हों ने शपथ ली सी आदि सौं चुकी सी, सौं चुकी सी 25 जुलाई नूं चुकी सी, ठीक है, 25 जुलाई नूं। तो उस तो बाद जिन्ने भी आप इत्थे राष्ट्रपति पढ़ांगे हुण तक रामनाथ कोविंद जी तक, इन्हां सारिਆਂ ने इस बंदे नूं याद रखने वास्ते, रिस्पैक्ट देने वास्ते लकीएस्ट परसन होने करके उस तो बाद जिन्ने भी राष्ट्रपति होया उन्हां सारिਆਂ ने जिहड़ी सौं चुकी है वो चुकी है 25/7 नूं ही चुकी है। पर अपने संविधान च ये चीज़ किते मैंशन नहीं हैगी भी इक्को डेट जिहड़ी आपां इत्थे लिखी है 25/7 भी इस तरीक नूं ही सौं चुकने, ठीक है ना। ये सिर्फ इस परसन नूं की याद करना से कह लो जां लकीएस्ट परसन मनण वास्ते ये जिहड़े 25/7 नूं की सौं चुकी जाती है राष्ट्रपतियों नूं, ठीक है। पर हुण जिवें देखो करंट अपना हुण चल रहा जिहड़े राष्ट्रपति रामनाथ कोविंद जी, मान लो इस तो बाद जिहड़े राष्ट्रपति आउणगे बाई चांस 19-21 कोई मिसहैपनिंग हुंदी है तो डेट अगे पिछे भी हो सकती है, ठीक है। तो आ जिहड़ियां गल्लां तुसीं याद रखना, नीलम संजीवा रेड्डी बहुत इंपोर्टेंट है जी। फिर अगे आ गए जी अपने पहले सिख प्रेजिडेंट किहड़े जी, ज्ञानी जैल सिंह, ठीक है, याद रखना ज्ञानी जैल सिंह। फिर अगे आ गए जी अपने रामा स्वामी जी, ठीक है, रामा स्वामी जी विच तुसीं इक्को ही गल याद रख लो बस किहड़ी, ये अपने ओल्डेस्ट सीगे, ठीक है, अपने की ओल्डेस्ट राष्ट्रपति सी। ते ओल्डेस्ट राष्ट्रपति किन्ने सालों वाला अपने इंडिया च 76 साल वाला, 76, ठीक है। फिर अगे आ गए जी SD शर्मा, ये भी बने रहे हैं। फिर अगे KR नारायण, ठीक है जी, KR नारायण तुसीं इक्को गल इस याद रख लो किहड़ी कि ये अपने पहले दलित प्रेजिडेंट थे, ठीक है, फस्ट दलित प्रेजिडेंट जिहड़े सीगे वो किहड़े सीगे, KR नारायण, ठीक है, KR नारायण। तो फिर अगे नैक्सट आ गए डॉक्टर APJ अब्दुल कलाम। इन्हों तो सारे ही जानते होंगे, कौन नहीं जानता, जिन्होंने आप मिज़ाइल मैन भी कहने, रॉकेट मैन भी आप कहने इन्हों, ठीक है, स्ट्रोंगेस्ट परसन तो फस्ट साइंटिस्ट प्रेजिडेंट जिहड़े अपने इंडिया के वो डॉक्टर APJ अब्दुल कलाम ही सीगे, ठीक है। मैं कोई ना कोई वीडियो जरूर इन्हों पर बनाऊँगा
ਤਾਂ ਆਪਾਂ ਉਸ ਵੀਡੀਓ 'ਚ ਸਾਰਾ ਡਿਸਕਸ ਕਰਾਂਗੇ ਇਹਨਾਂ ਦੀ ਜੀਵਨੀ ਬਾਰੇ ਸਾਰਾ, ਠੀਕ ਹੈ। ਫਿਰ ਅੱਗੇ ਨੈਕਸਟ ਆ ਗਈ ਜੀ ਆਪਣੀ ਸਭ ਤੋਂ ਪਹਿਲੀ ਵੂਮਨ ਪ੍ਰੈਜ਼ੀਡੈਂਟ, ਕਿਹੜੀ ਹੈ ਜੀ? ਪ੍ਰਤਿਭਾ ਪਾਟਿਲ, ਠੀਕ ਹੈ। ਫਸਟ ਵੂਮਨ ਪ੍ਰੈਜ਼ੀਡੈਂਟ ਪ੍ਰਤਿਭਾ ਪਾਟਿਲ, ਠੀਕ ਹੈ। ਫਿਰ ਅੱਗੇ ਪ੍ਰਣਬ ਮੁਖਰਜੀ ਆਇਆ, ਤੇ ਹੁਣ ਜਿਹੜੇ ਆਪਣੇ ਚੱਲ ਰਹੇ ਕਿੰਨਵੇਂ ਰਾਸ਼ਟਰਪਤੀ ਚੱਲ ਰਹੇ ਜੀ? ਇਹ 14ਵੇਂ ਰਾਸ਼ਟਰਪਤੀ ਹੈ। ਬਹੁਤ ਇੰਪੋਰਟੈਂਟ ਹੈ ਜੀ 14ਵੇਂ ਰਾਸ਼ਟਰਪਤੀ। ਕਿਉਂ ਇੰਪੋਰਟੈਂਟ ਹੈ? ਕਿਉਂਕਿ ਆਪਾਂ ਨੂੰ ਕੁਐਸਚਨ ਬਹੁਤ ਸਾਰੇ ਪੇਪਰ 'ਚ ਪੁੱਛਿਆ ਜਾਂਦਾ ਵੀ ਆਪਣਾ ਹੁਣ ਜਿਹੜਾ ਕਰੰਟ ਰਾਸ਼ਟਰਪਤੀ ਹੈ ਉਹ ਕਿੰਨਵਾਂ ਰਾਸ਼ਟਰਪਤੀ ਹੈ? ਤਾਂ ਆਪਾਂ ਕਹਿੰਦੇ 14th ਰਾਸ਼ਟਰਪਤੀ ਹੈ, ਠੀਕ ਹੈ। ਪਰ ਜੇ ਆਪਾਂ ਸਾਰੇ ਐਕਟਿੰਗ ਪ੍ਰੈਜ਼ੀਡੈਂਟ ਨੂੰ ਵੀ ਮਿਲਾ ਲਈਏ ਤਾਂ ਐਕਟਿੰਗ ਪ੍ਰੈਜ਼ੀਡੈਂਟ ਨੂੰ ਮਿਲਾ ਕੇ ਟੋਟਲ ਆਪਣੇ ਹੁਣ ਤੱਕ ਦੇ ਜਿਹੜੇ ਰਾਸ਼ਟਰਪਤੀ ਬਣਦੇ ਉਹ ਕਿੰਨੇ ਬਣਦੇ? 17, ਠੀਕ ਹੈ। ਜਾਣੀ ਕਿ ਜੇ ਤਾਂ ਐਕਟਿੰਗ ਪ੍ਰੈਜ਼ੀਡੈਂਟ ਵੀ ਆਪਾਂ ਸ਼ਾਮਿਲ ਕਰਨਾ ਤਾਂ ਰਾਮਨਾਥ ਕੋਵਿੰਦ ਜੀ ਕਿੰਨਵੇਂ ਰਾਸ਼ਟਰਪਤੀ? ਆਪਣੇ 17। ਅਦਰਵਾਈਜ਼ ਜੇ ਆਪਾਂ ਇਕੱਲੇ ਪਰਮਾਨੈਂਟ ਰਾਸ਼ਟਰਪਤੀ ਦੀ ਗੱਲ ਕਰੀਏ ਤਾਂ ਉਹ ਕਿੰਨੇ? ਸਿਰਫ ਤੇ ਸਿਰਫ 14 ਰਾਸ਼ਟਰਪਤੀ, ਠੀਕ ਹੈ। ਜਾਣੀ ਕਿ 14ਵਾਂ ਰਾਸ਼ਟਰਪਤੀ ਕਿਹੜਾ ਹੁਣ ਤੱਕ? ਰਾਮਨਾਥ ਕੋਵਿੰਦ, ਠੀਕ ਹੈ। ਸੋ ਇੰਨੀਆਂ ਗੱਲਾਂ ਜਿਹੜੀਆਂ ਤੁਸੀਂ ਇਸ 'ਚ ਯਾਦ ਰੱਖਣੀਆਂ, ਜਿੰਨੀਆਂ ਕਿ ਬੇਸਿਕ ਜਿਹੀਆਂ ਗੱਲਾਂ ਜਿਹੜੀਆਂ ਕਿ ਆਪਣੇ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਂਦੀਆਂ, ਤਾਂ ਤੁਸੀਂ ਇੱਕ ਦੋ ਵਾਰੀ ਰਿਪੀਟ ਕਰੋਗੇ ਤਾਂ ਸਾਰਾ ਤੁਹਾਨੂੰ ਇਹ ਕਨਸੈਪਟ ਜਿਹੜਾ ਕਲੀਅਰ ਹੋ ਜਾਊਗਾ। ਫਿਰ ਅੱਗੇ ਆਪਾਂ ਨੈਕਸਟ ਦੇਖਦੇ ਹਾਂ ਜੀ ਰਾਸ਼ਟਰਪਤੀ ਦੇ ਵਿੱਚ ਇਹ ਕਿ ਇਹ ਆਪਣੇ ਸੰਵਿਧਾਨ 'ਚ ਕਿਹੜੇ ਨੰਬਰ ਆਰਟੀਕਲ 'ਤੇ ਇਹਨਾਂ ਬਾਰੇ ਗੱਲ ਕੀਤੀ ਗਈ ਹੈ, ਠੀਕ ਹੈ। ਹੁਣ ਆਪਾਂ ਸ਼ੁਰੂ ਕਰਦੇ ਹਾਂ ਪ੍ਰੈਜ਼ੀਡੈਂਟ, ਠੀਕ ਹੈ। ਵੀ ਪ੍ਰੈਜ਼ੀਡੈਂਟ ਬਣਨ ਵਾਸਤੇ ਕੀ ਕੁਛ ਸ਼ਰਤਾਂ ਚਾਹੀਦੀਆਂ, ਕੀ ਕੁਆਲੀਫਿਕੇਸ਼ਨ ਹੈ, ਕੀ ਇਹਨਾਂ ਦਾ ਪ੍ਰੋਸੈਸ ਹੁੰਦਾ, ਕਿਵੇਂ ਵੋਟਾਂ ਪੈਂਦੀਆਂ, ਸਾਰਾ ਕੁਝ ਡਿਸਕਸ ਕਰਾਂਗੇ। ਕਿ ਆਪਾਂ ਵੀ ਰਾਸ਼ਟਰਪਤੀ ਬਣ ਸਕਦੇ ਹਾਂ, ਠੀਕ ਹੈ। ਆਪਾਂ ਸਾਰਾ ਜੋ ਵੀ ਇਹਨਾਂ ਦਾ ਪ੍ਰੋਸੈਸ ਆ ਸਾਰਾ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਵੀ ਆਪਣੇ ਸੰਵਿਧਾਨ ਦੇ ਵਿੱਚ ਪਾਰਟ ਨੰਬਰ 5 ਦੇ ਵਿੱਚ, ਠੀਕ ਹੈ, ਆਪਣੇ ਸੰਵਿਧਾਨ ਦੇ ਪਾਰਟ ਨੰਬਰ 5 ਦੇ ਵਿੱਚ ਪਾਰਟ ਕਿੰਨੇ ਜੀ? ਆਪਣੇ ਟੋਟਲ 22 ਪਾਰਟ ਹੈ, ਠੀਕ ਹੈ। ਇਹ ਵੈਸੇ ਆਪਾਂ ਇੱਕ ਅਲੱਗ ਤੋਂ ਟੌਪਿਕ ਪੂਰਾ ਕਰਾਂਗੇ, ਪਾਰਟ ਆਰਟੀਕਲ ਜਿਹੜੇ ਆ, ਠੀਕ ਹੈ, ਉਹ ਸਾਰੇ ਕਿੰਨੇ ਸ਼ੈਡਿਊਲ ਕਿੰਨੇ ਆ ਉਹ ਆਪਾਂ ਅਲੱਗ ਤੋਂ ਇੱਕ ਵੀਡੀਓ ਬਣਾਵਾਂਗੇ। ਬਟ ਆਪਾਂ ਇੱਥੇ ਸਿਰਫ ਇਹ ਦੇਖਣਾ ਪਾਰਟ ਨੰਬਰ 5 ਦੇ ਵਿੱਚ ਆਰਟੀਕਲ ਨੰਬਰ 52 ਤੋਂ 78 ਤੋਂ ਆਰਟੀਕਲ ਨੰਬਰ 52 ਤੋਂ ਲੈ ਕੇ 78 ਨੰਬਰ ਆਰਟੀਕਲ ਤੱਕ ਯੂਨੀਅਨ ਐਗਜ਼ੀਕਿਊਟਿਵ ਦੀ ਗੱਲ ਕੀਤੀ ਗਈ ਹੈ, ਠੀਕ ਹੈ ਜੀ। ਯੂਨੀਅਨ ਐਗਜ਼ੀਕਿਊਟਿਵ ਦੀ ਗੱਲ ਕੀਤੀ ਗਈ ਹੈ ਇਸ ਪਾਰਟ ਨੰਬਰ 5 ਦੇ ਵਿੱਚ। ਯੂਨੀਅਨ ਐਗਜ਼ੀਕਿਊਟਿਵ ਦੇ ਵਿੱਚ ਕਿਹੜੇ ਆਉਂਦੇ ਆ? ਰਾਸ਼ਟਰਪਤੀ ਆਉਂਦਾ ਹੈ, ਵਾਈਸ ਪ੍ਰੈਜ਼ੀਡੈਂਟ ਆਉਂਦੇ ਆ, ਮਿਨਿਸਟਰ ਆਉਂਦੇ ਆ, PM ਆਉਂਦਾ, ਠੀਕ ਹੈ। ਉਹਨਾਂ ਬਾਰੇ ਆਪਾਂ ਬਾਅਦ 'ਚ ਡਿਸਕਸ ਕਰਾਂਗੇ। ਬਟ ਆਪਾਂ ਇਸ ਯੂਨੀਅਨ ਐਗਜ਼ੀਕਿਊਟਿਵ ਦੇ ਵਿੱਚੋਂ ਆਪਾਂ ਇੱਕੋ ਟੌਪਿਕ ਚੱਕਿਆ ਜੀ, ਕਿਹੜਾ? ਪ੍ਰੈਜ਼ੀਡੈਂਟ। ਸਮਝ ਲੱਗੀ ਗੱਲ? ਪ੍ਰੈਜ਼ੀਡੈਂਟ। ਤਾਂ ਪ੍ਰੈਜ਼ੀਡੈਂਟ ਜਿਹੜਾ ਸ਼ੁਰੂ ਕਿੰਨੇ ਨੰਬਰ ਆਰਟੀਕਲ ਤੋਂ ਹੁੰਦਾ? 52 ਨੰਬਰ ਆਰਟੀਕਲ ਤੋਂ ਇਹ ਸ਼ੁਰੂ ਹੁੰਦਾ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਵੀ ਰਾਸ਼ਟਰਪਤੀ ਬਣਨ ਵਾਸਤੇ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ, ਯਾਨੀ ਕਿ ਕਿਹੜੇ ਸ਼ਰਤਾਂ ਜ਼ਰੂਰੀ ਹੈ ਰਾਸ਼ਟਰਪਤੀ ਬਣਨ ਵਾਸਤੇ। ਤਾਂ ਸਭ ਤੋਂ ਪਹਿਲੀ ਗੱਲ ਤਾਂ ਰਾਸ਼ਟਰਪਤੀ ਬਣਨ ਵਾਸਤੇ ਆਪਾਂ ਨੂੰ ਕੀ ਚਾਹੀਦਾ ਜੀ? ਬੰਦਾ ਕੀ ਹੋਵੇ? ਸਿਟੀਜ਼ਨ ਆਫ ਦੀ ਇੰਡੀਆ ਹੋਵੇ, ਯਾਨੀ ਕਿ ਕੋਈ ਵੀ ਬਾਹਰਲਾ ਬੰਦਾ, ਫੋਰਨਰ ਬੰਦਾ ਆਪਣੇ ਇੰਡੀਆ ਦਾ ਰਾਸ਼ਟਰਪਤੀ ਕਦੇ ਨਹੀਂ ਬਣ ਸਕਦਾ, ਠੀਕ ਹੈ। ਇਹ ਮੈਂ ਇੱਥੇ ਫੋਰਨਰ ਬੰਦੇ ਦੀ ਐਗਜ਼ਾਮਪਲ ਕਿਉਂ ਕਹੀ ਹੈ? ਕਿਉਂਕਿ ਆਪਣੇ ਇੰਡੀਆ ਦੇ ਵਿੱਚ ਕਈ ਪੋਸਟਾਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਨ੍ਹਾਂ ਵਿੱਚ ਆਪਾਂ ਕਿਸੇ ਬਾਹਰਲੇ ਮੁਲਕ ਦੇ ਬੰਦੇ ਨੂੰ ਅਪੁਆਇੰਟ ਕਰ ਸਕਦੇ ਹਾਂ। ਬਟ ਪ੍ਰੈਜ਼ੀਡੈਂਟ ਇੱਕ ਇਸ ਤਰ੍ਹਾਂ ਦੀ ਪੋਸਟ ਹੈ ਜਿਹਦੇ ਵਿੱਚ ਆਪਾਂ ਹਮੇਸ਼ਾ ਇੰਡੀਅਨ ਬੰਦੇ ਨੂੰ ਹੀ ਆਪਾਂ ਕੀ ਕਹਾਂਗੇ? ਰਾਸ਼ਟਰਪਤੀ ਆਪਾਂ ਬਣਾ ਸਕਦੇ ਹਾਂ, ਠੀਕ ਹੈ। ਜਾਣੀ ਕਿ ਸਭ ਤੋਂ ਪਹਿਲੀ ਸ਼ਰਤ ਕਿਹੜੀ ਹੈ ਉਹਦੀ? ਸਿਟੀਜ਼ਨ ਹੋਣਾ ਚਾਹੀਦਾ ਆਪਣੇ ਇੰਡੀਆ ਦਾ, ਜਾਣੀ ਕਿ ਹੁਣ ਸਿਟੀਜ਼ਨ ਹੋਣਾ ਚਾਹੀਦਾ। ਹੁਣ ਇੱਥੇ ਰਾਸ਼ਟਰਪਤੀ ਬਾਰੇ ਕੀ ਲਿਖਿਆ ਹੋਇਆ? ਚਲੋ ਸਿਟੀਜ਼ਨ ਤਾਂ ਹੈਗਾ, ਆਪਣੀ ਜਿਹੜੀ ਨਾਗਰਿਕਤਾ ਹੁੰਦੀ ਹੈ ਤਾਂ ਪਹਿਲਾ ਹੱਕ ਨਾਗਰਿਕ ਹੋਣ ਦਾ ਕਿਹਨੂੰ ਹੈ ਜੀ? ਰਾਸ਼ਟਰਪਤੀ ਨੂੰ ਹੁੰਦਾ। ਜਾਣੀ ਕਿ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਆਪਣੇ ਇੰਡੀਆ ਦਾ ਫਸਟ ਸਿਟੀਜ਼ਨ ਬੰਦਾ ਕਿਹੜਾ ਹੋਊਗਾ? ਆਪਣਾ ਹਮੇਸ਼ਾ ਰਾਸ਼ਟਰਪਤੀ ਹੋਊਗਾ, ਠੀਕ ਹੈ, ਪ੍ਰੈਜ਼ੀਡੈਂਟ ਹੋਊਗਾ। ਪ੍ਰੈਜ਼ੀਡੈਂਟ ਆਪਾਂ ਕੀ ਕਹਿੰਦੇ ਹਮੇਸ਼ਾ? ਫਸਟ ਸਿਟੀਜ਼ਨ ਆਫ ਦੀ ਇੰਡੀਆ, ਠੀਕ ਹੈ। ਫਿਰ ਅੱਗੇ ਦੂਸਰੇ ਨੰਬਰ 'ਤੇ ਆਪਾਂ ਇਹਨੂੰ ਹੋਰ ਕੀ ਕਹਿੰਦੇ? ਸੰਵਿਧਾਨ 'ਚ ਵੀ ਲਿਖੀ ਇਹ ਗੱਲ, ਹੈੱਡ ਆਫ ਦੀ ਸਟੇਟ ਹੈ, ਠੀਕ ਹੈ। ਹੈੱਡ ਆਫ ਦੀ ਇੰਡੀਆ ਕਹਿ ਲਓ, ਹੈੱਡ ਆਫ ਦੀ ਸਟੇਟ ਕਹਿ ਲਓ, ਠੀਕ ਹੈ। ਹੈੱਡ ਆਫ ਦੀ ਹੈਗੀ ਹੈ ਸਟੇਟ ਹੈ। ਤਾਂ ਦੋ ਗੱਲਾਂ ਜਿਹੜੀਆਂ ਸਿਟੀਜ਼ਨਸ਼ਿਪ 'ਚ ਯਾਦ ਰੱਖਣੀਆਂ, ਠੀਕ ਹੈ। ਫਸਟ ਜੇ ਆਪਾਂ ਨੂੰ ਕੁਐਸਚਨ ਹੈ ਵੀ ਸਿਟੀਜ਼ਨ ਕਿਹੜਾ ਆਪਣੇ ਇੰਡੀਆ ਦਾ ਬੰਦਾ, ਤਾਂ ਆਪਾਂ ਕਹਾਂਗੇ ਪ੍ਰੈਜ਼ੀਡੈਂਟ, ਠੀਕ ਹੈ। ਫਿਰ ਉਸ ਤੋਂ ਬਾਅਦ ਜਿਹੜੀ ਉਮਰ ਹੈ, ਉਮਰ ਕਿੰਨੀ ਚਾਹੀਦੀ ਹੈ? ਘੱਟ ਤੋਂ ਘੱਟ ਲਿਖਿਆ ਜੀ ਇੱਥੇ, ਠੀਕ ਹੈ। ਘੱਟ ਤੋਂ ਘੱਟ ਉਮਰ ਜਿਹੜੀ ਚਾਹੀਦੀ ਹੈ ਉਹ ਕਿੰਨੀ ਹੈ ਜੀ ਰਾਸ਼ਟਰਪਤੀ ਬਣਨ ਵਾਸਤੇ? 35 ਸਾਲ। 35 ਸਾਲ ਤੋਂ ਬਾਅਦ ਇੱਥੇ ਹੁਣ ਇਹਨਾਂ ਨੇ ਕੋਈ ਵੀ ਮੈਕਸੀਮਮ ਉਮਰ ਜਿਹੜੀ ਹੈ ਉਹ ਨਹੀਂ ਲਿਖੀ, ਠੀਕ ਹੈ। ਮੈਕਸੀਮਮ ਉਮਰ ਬਾਰੇ ਕੋਈ ਨਹੀਂ ਲਿਖਿਆ ਆਪਣੇ ਸੰਵਿਧਾਨ ਦੇ ਵਿੱਚ। ਕਿਉਂ ਨਹੀਂ ਲਿਖਿਆ? ਕਿਉਂਕਿ ਆਪਣੇ ਇੰਡੀਆ ਵਿੱਚ ਰੂਲ ਹੈ ਹੁਣ ਇਹ ਵੀ ਭਾਵੇਂ 100 ਸਾਲ ਦਾ ਬੁੱਢਾ ਬੰਦਾ ਕਿਉਂ ਨਾ ਹੋਵੇ ਉਹ ਵੀ ਆਪਣਾ ਕੀ ਬਣ ਸਕਦਾ? ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ। ਬਟ ਘੱਟ ਤੋਂ ਘੱਟ ਉਮਰ ਕਿੰਨੀ ਚਾਹੀਦੀ? ਉਹਨੂੰ ਘੱਟੋ ਘੱਟ 35 ਸਾਲ ਦੀ ਚਾਹੀਦੀ ਹੈ, ਠੀਕ ਹੈ ਜੀ। ਫਿਰ ਥਰਡ ਜਿਹੜੀ ਇਹਨਾਂ ਦੀ ਕੁਆਲੀਫਿਕੇਸ਼ਨ ਵਿੱਚ ਜਾਂ ਆਪਾਂ ਕਹਿ ਲਈ ਆਉਂਦੀ ਹੈ ਲਾਈਨ, ਉਹ ਕਿਹੜੀ ਹੈ? ਕੁਆਲੀਫਾਈਡ ਫॉर द ਇਲੈਕਸ਼ਨ ਐਜ਼ ਦ ਮੈਂਬਰ ਆਫ ਦੀ ਲੋਕ ਸਭਾ। ਵੈਸੇ ਤਾਂ ਇਹਨੂੰ ਆਪਾਂ ਐਂ ਰੱਖਣਾ
ਵੀ ਘੱਟੋ ਘੱਟ ਆਪਦੀ 35 ਸਾਲ ਦੀ ਉਮਰ ਦੇ ਵਿੱਚ ਘੱਟੋ ਘੱਟ ਇੱਕ ਵਾਰੀ ਲੋਕ ਸਭਾ ਦੀ ਸੀਟ ਜਿੱਤਿਆ ਹੋਵੇ। ਠੀਕ ਹੈ, ਘੱਟੋ ਘੱਟ ਇੱਕ ਵਾਰੀ ਲੋਕ ਸਭਾ ਦਾ ਮੈਂਬਰ ਬਣਿਆ ਹੋਵੇ ਜਾਂ ਲੋਕ ਸਭਾ ਸੀਟ ਜਿੱਤਿਆ ਹੋਵੇ ਜਾਂ ਉਹਨਾਂ ਦੀ ਸ਼ਰਤਾਂ ਪੂਰੀਆਂ ਕਰਦਾ ਹੋਵੇ। ਠੀਕ ਹੈ ਜੀ। ਚੌਥੀ ਗੱਲ ਬਹੁਤ ਇੰਪੋਰਟੈਂਟ ਆ ਜੀ, ਥੋੜ੍ਹਾ ਧਿਆਨ ਨਾਲ ਸੁਣਿਓ ਇਹਨੂੰ, ਕਿਉਂਕਿ ਬਹੁਤ ਬੱਚੇ ਇਹਦੇ ਵਿੱਚ ਕਨਫਿਊਜ਼ ਹੁੰਦੇ ਆ ਵੀ ਇਹ ਕੀ ਚੀਜ਼ ਹੈ। ਦੇਖੋ ਇੱਥੇ ਲਿਖਿਆ ਸ਼ੁੱਡ ਨਾਟ ਹੋਲਡ ਐਨੀ ਆਫਿਸ ਆਫ ਪ੍ਰੋਫਿਟ ਅੰਡਰ ਯੂਨੀਅਨ ਗੌਰਮੈਂਟ ਐਂਡ ਦੀ ਸਟੇਟ ਗੌਰਮੈਂਟ। ਠੀਕ ਹੈ, ਜਾਣੀ ਕਿ ਇੱਥੇ ਇਹਨਾਂ ਨੇ ਕਈ ਬੱਚੇ ਇਸ ਤਰ੍ਹਾਂ ਪੜ੍ਹਦੇ ਇਹਨੂੰ ਵੀ ਜਦੋਂ ਬੰਦਾ ਰਾਸ਼ਟਰਪਤੀ ਲੱਗ ਜਾਂਦਾ ਤਾਂ ਉਹ ਕਿਸੇ ਵੀ ਹੋਰ ਆਫਿਸ ਤੋਂ ਪ੍ਰੋਫਿਟ ਨਹੀਂ ਲੈ ਸਕਦਾ। ਠੀਕ ਹੈ ਗੱਲ ਵੈਸੇ, ਪਰ ਆਪਾਂ ਇਹਨਾਂ ਨੇ ਇਸ ਤਰ੍ਹਾਂ ਨਹੀਂ ਲਿਖਿਆ ਇੱਥੇ, ਇਹ ਕੁਆਲੀਫਿਕੇਸ਼ਨ 'ਚ ਆਪਾਂ ਉਹਨੂੰ ਇਸ ਤਰ੍ਹਾਂ ਨਹੀਂ ਲਿਖਾਂਗੇ। ਇਹਨੂੰ ਆਪਾਂ ਕਿਵੇਂ ਡਿਸਕਸ ਕਰਨਾ, ਇਸ ਤਰ੍ਹਾਂ ਕਰਨਾ। ਦੇਖੋ ਜਦੋਂ ਆਪਾਂ ਯੂਨੀਅਨ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੀ ਆਪਾਂ ਜੋਬ ਕਰ ਰਹੇ ਹਾਂ ਮੰਨ ਲਓ, ਠੀਕ ਹੈ, ਤਾਂ ਇਹਨਾਂ ਨੇ ਕੀ ਲਿਖਿਆ ਵੀ ਕੋਈ ਵੀ ਪ੍ਰੋਫਿਟ ਅੰਡਰ ਨਹੀਂ ਹੋਣਾ ਚਾਹੀਦਾ ਆਫਿਸ ਨੂੰ, ਕੋਈ ਵੀ ਪ੍ਰੋਫਿਟ ਅੰਡਰ ਆਫਿਸ ਨਹੀਂ ਹੋਣਾ ਚਾਹੀਦਾ। ਇਹਦੇ ਬਾਰੇ ਵੈਸੇ ਤਾਂ ਸੰਵਿਧਾਨ ਦੇ ਵਿੱਚ ਕੁਝ ਨਹੀਂ ਲਿਖਿਆ, ਇਹਦੇ ਬਾਰੇ ਐਕਸਪਲੇਨ ਕੀਤਾ ਹੀ ਨਹੀਂ। ਸੰਵਿਧਾਨ ਦੇ ਵਿੱਚ ਕੀ ਐਕਸਪਲੇਨ ਕੀਤਾ ਵੀ ਕਿਹੜੇ ਕਿਹੜੇ ਆਫਿਸ ਹੈ ਜਿਹੜੇ ਪ੍ਰੋਫਿਟ ਦੇ ਅੰਡਰ ਨਹੀਂ ਆਉਂਦੇ। ਠੀਕ ਹੈ, ਧਿਆਨ ਨਾਲ ਸੁਣੋ ਮੇਰੀ ਗੱਲ, ਜਿਹੜੇ ਪ੍ਰੋਫਿਟ ਅੰਡਰ ਨਹੀਂ ਆਉਂਦੇ ਕਿਹੜੇ ਕਿਹੜੇ 4 ਆਫਿਸ ਉਹ ਤਾਂ ਯਾਦ ਰੱਖਣੇ। ਇੱਕ ਤਾਂ ਪ੍ਰੈਜ਼ੀਡੈਂਟ, ਠੀਕ ਹੈ, ਪ੍ਰੈਜ਼ੀਡੈਂਟ ਨਹੀਂ ਆਉਂਦਾ, ਫਿਰ ਵਾਈਸ ਪ੍ਰੈਜ਼ੀਡੈਂਟ ਨਹੀਂ ਆਉਂਦਾ, ਠੀਕ ਹੈ, ਫਿਰ ਅੱਗੇ ਗਵਰਨਰ ਨਹੀਂ ਆਉਂਦਾ, ਅਤੇ ਫਿਰ ਅੱਗੇ ਆਪਣੇ ਮਿਨਿਸਟਰਸ ਜਿਹੜੇ ਆ ਉਹ ਨਹੀਂ ਆਉਂਦੇ। ਠੀਕ ਹੈ, ਜਿੰਨੇ ਵੀ ਮੰਤਰੀ ਆ, PM ਹੋ ਗਿਆ, ਜੋ ਵੀ ਹੈ, ਇਹ ਨਹੀਂ ਆਉਂਦੇ। ਠੀਕ ਹੈ, ਮੈਂ ਦੁਬਾਰਾ ਬੋਲ ਦੇਣਾ, ਇੱਥੇ ਲਿਖਿਆ ਹੋਲਡ ਐਨੀ ਆਫਿਸ ਆਫ ਦਾ ਪ੍ਰੋਫਿਟ ਅੰਡਰ ਗਵਰਨਮੈਂਟ ਐਂਡ ਦੀ ਸਟੇਟ ਗਵਰਨਮੈਂਟ। ਦੇਖੋ ਕੋਈ ਵੀ ਬੰਦਾ, ਠੀਕ ਹੈ, ਇਹਨਾਂ ਚਾਰਾਂ ਨੂੰ ਛੱਡ ਕੇ ਹੋਰ ਪ੍ਰੋਫਿਟ ਨਹੀਂ ਲੈ ਸਕਦਾ ਕਿਸੇ ਹੋਰ ਆਫਿਸ ਤੋਂ, ਪਰ ਜੇ ਆਹ 4 ਬੰਦੇ ਦੀ ਗੱਲ ਕਰਾਂਗੇ ਤਾਂ ਇਹ ਲੈ ਸਕਦੇ ਆ। ਠੀਕ ਹੈ, ਤਾਂ ਇਹਨੂੰ ਆਪਾਂ ਇਸ ਤਰ੍ਹਾਂ ਕਰਨਾ ਯਾਦ, ਇਹਨੂੰ ਆਪਾਂ ਇਸ ਤਰ੍ਹਾਂ ਪੜ੍ਹਨੀ ਲਾਈਨ ਵੀ ਜੇ ਮੰਨ ਲਓ ਰਾਸ਼ਟਰਪਤੀ ਦੀ ਚੁਣਾਵ ਹੋ ਰਹੀ ਹੈ ਤਾਂ ਚਾਹੇ ਰਾਸ਼ਟਰਪਤੀ ਹੈ ਉਹ ਦੁਬਾਰਾ ਚੋਣ ਲੜ ਸਕਦਾ, ਵਾਈਸ ਪ੍ਰੈਜ਼ੀਡੈਂਟ ਵੀ ਦੁਬਾਰਾ ਚੋਣ ਲੜ ਸਕਦਾ, ਗਵਰਨਰ ਵੀ ਰਾਸ਼ਟਰਪਤੀ ਦੀ ਚੋਣ ਲੜ ਸਕਦਾ, ਕੋਈ ਵੀ ਮੰਤਰੀ ਵੀ ਰਾਸ਼ਟਰਪਤੀ ਦੀ ਚੋਣ ਲੜ ਸਕਦਾ। ਉਹਨਾਂ ਨੂੰ ਆਪਦੇ ਆ ਚਾਰੇ ਜਿਹੜੇ ਮਹਿਕਮੇ 'ਤੇ ਹੁਣੇ ਬੈਠੇ ਆ, ਜਿਹੜੇ ਵੀ ਪੋਜੀਸ਼ਨ 'ਤੇ ਇਹ ਬੈਠੇ ਆ, ਇਹਨਾਂ ਨੂੰ ਇਹ ਛੱਡਣ ਦੀ ਲੋੜ ਨਹੀਂ ਹੈਗੀ। ਠੀਕ ਹੈ, ਸਮਝ ਲੱਗ ਗਈ ਗੱਲ, ਇਹਨਾਂ ਨੂੰ ਇਹ ਚੀਜ਼ਾਂ ਛੱਡਣ ਦੀ ਲੋੜ ਨਹੀਂ ਹੈਗੀ। ਬਟ ਆਪਾਂ ਕਈ ਵਾਰੀ ਖਬਰਾਂ 'ਚ ਕੀ ਦੇਖਦੇ ਹਾਂ, ਇਹ ਆਪਦਾ ਅਸਤੀਫਾ ਦੇ ਦਿੰਦੇ ਆ। ਠੀਕ ਹੈ, ਤਾਂ ਅਸਤੀਫਾ ਦੇਣਾ ਇਹਨਾਂ ਦੀ ਆਪਦੀ ਖੁਦ ਦੀ ਮਰਜ਼ੀ ਹੈ। ਠੀਕ ਹੈ, ਅਸਤੀਫਾ ਦੇਣਾ ਇਹਨਾਂ ਦੀ ਆਪਦੀ ਕੀ ਹੈ, ਖੁਦ ਦੀ ਮਰਜ਼ੀ ਹੈ। ਬਟ ਇਹ ਜਿਹੜਾ ਚਾਰੇ ਜਿਹੜੇ ਪਰਸਨ ਹੈ ਨਾ, ਵਾਈਸ ਪ੍ਰੈਜ਼ੀਡੈਂਟ, ਗਵਰਨਰ ਅਤੇ ਮਿਨਿਸਟਰ, ਇਹ ਪ੍ਰੋਫਿਟ ਅੰਡਰ ਨਹੀਂ ਆਉਂਦੇ। ਠੀਕ ਹੈ, ਇਹ ਉਹਨੂੰ ਅਪਲਾਈ ਕਰ ਸਕਦੇ ਆ। ਠੀਕ ਹੈ, ਤਾਂ ਇਹ ਗੱਲ ਧਿਆਨ ਰੱਖਣੀ। ਨੈਕਸਟ ਫਿਰ ਅੱਗੇ ਆ ਗਿਆ ਜੀ ਇਲੈਕਸ਼ਨ। ਠੀਕ ਹੈ, ਇਲੈਕਸ਼ਨ ਆਫ ਪ੍ਰੈਜ਼ੀਡੈਂਟ। ਦੇਖੋ ਜਿਹੜੀ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਆ, ਇਹ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਕਿ ਡਾਇਰੈਕਟ ਹੁੰਦੀ ਹੈ ਕਿ ਇਨਡਾਇਰੈਕਟ ਹੁੰਦੀ ਹੈ। ਤਾਂ ਇਹ ਹੁੰਦੀ ਹੈ ਇਨਡਾਇਰੈਕਟ। ਠੀਕ ਹੈ, ਇਨਡਾਇਰੈਕਟ ਦਾ ਪਹਿਲਾਂ ਆਪਾਂ ਡਾਇਰੈਕਟ ਸਮਝਦੇ ਕੀ ਹੁੰਦੀ ਹੈ। ਡਾਇਰੈਕਟ ਦਾ ਮਤਲਬ ਹੁੰਦਾ, ਦੇਖੋ ਆਪਾਂ ਆਪਣੀ ਵੋਟ ਬਣਾਈ, ਵੋਟ ਪਾਉਣ ਗਏ, ਬੂਥ 'ਤੇ ਵੋਟ ਪਾਈ, ਪਰਚੀ ਜੇਬ 'ਚ ਪਾਈ, ਅਤੇ ਚਲੋ ਜੀ ਘਰੇ ਆ ਕੇ ਦੇਖਿਆ ਬੰਦਾ ਜਿੱਤ ਗਿਆ, ਚਲੋ ਜੀ ਠੀਕ ਹੈ, ਵਧਾਈਆਂ। ਠੀਕ ਹੈ, ਬੰਦਾ ਜਿੱਤ ਗਿਆ। ਡਾਇਰੈਕਟ ਇਲੈਕਸ਼ਨ ਦੇ ਵਿੱਚ ਕੀ ਹੁੰਦਾ, ਹਮੇਸ਼ਾ ਐਗਜ਼ੀਕਿਊਟਿਵ ਆਪਾਂ ਚੁਣਦੇ ਹਾਂ। ਡਾਇਰੈਕਟ ਇਲੈਕਸ਼ਨ ਦੇ ਵਿੱਚ ਆਪਾਂ ਜ਼ਿਆਦਾਤਰ ਕਿਹਨੂੰ ਚੁਣਦੇ ਹਾਂ, ਐਗਜ਼ੀਕਿਊਟਿਵ ਨੂੰ ਚੁਣਦੇ। ਫੋਰ ਐਗਜ਼ਾਮਪਲ ਜਿਵੇਂ ਹੁਣ PM ਮੋਦੀ ਹੈ ਨਾ, ਮੋਦੀ ਪਤਾ ਹੀ ਹੈ ਨਾ, ਬਾਈ ਔਰ ਬਹਿਨ ਕਹਿ ਕੇ ਆਪਣੇ ਤੋਂ ਵੋਟਾਂ ਲੈ ਗਿਆ ਹੈ ਨਾ, ਲੋਕਾਂ ਨੂੰ ਬੁੱਧੂ ਬਣਾ ਗਿਆ, ਤਾਂ ਵੋਟਾਂ ਪਾ ਕੇ ਜਿੱਤ ਗਿਆ। ਠੀਕ ਹੈ, तो कहता ਹੁੰਦਾ, ਤੁਸੀਂ सुने होगा, मैं देश की 125 करोड़ आबादी का तय दिल से बाहरी हूँ। ठीक है ना, तो वो की है डायरैक्ट इलैक्शन ਦੇ ਵਿੱਚ ਕੀ ਐਗਜ਼ੀਕਿਊਟਿਵ ਕੀ ਹੁੰਦਾ, ਹਮੇਸ਼ਾ ਜ਼ਿਆਦਾਤਰ ਚੁਣਿਆ ਜਾਂਦਾ। ਇਨਡਾਇਰੈਕਟ ਦੇ ਵਿੱਚ ਕੀ ਹੁੰਦਾ ਨਾ, ਆਪਾਂ ਪਹਿਲਾਂ ਚੁਣਦੇ ਹਾਂ MLA। ਠੀਕ ਹੈ, MLA ਫਿਰ ਗਾਂ ਜਿਹੜੇ ਚੁਣਨਗੇ ਜਿਵੇਂ ਰਾਸ਼ਟਰਪਤੀ ਨੂੰ, ਤਾਂ MLA ਥਰੂ ਜਿਹੜਾ ਰਾਸ਼ਟਰਪਤੀ ਚੁਣਿਆ ਜਾਊਗਾ ਉਹਨੂੰ ਆਪਾਂ ਕੀ ਕਹਾਂਗੇ, ਇਨਡਾਇਰੈਕਟ ਕਹਾਂਗੇ। ਵੈਸੇ ਤਾਂ ਦੇਖੋ ਆਪਾਂ ਹੀ ਪਹਿਲਾਂ MLA ਜਿਤਾਇਆ, ਫਿਰ MLA ਨੇ ਵੋਟ ਪਾ ਕੇ ਕਿਹਨੂੰ ਜਿਤਾਤਾ, ਰਾਸ਼ਟਰਪਤੀ ਨੂੰ ਜਿਤਾਤਾ। ਤਾਂ ਇਹ ਕਿਹਾ ਜਾਂਦਾ ਇਨਡਾਇਰੈਕਟ ਸਿਸਟਮ ਹੈ। ਠੀਕ ਹੈ, ਡਾਇਰੈਕਟ ਦੇ ਵਿੱਚ ਕੀ ਆਪਾਂ ਕਿੱਥੇ ਦੇਖੋ, ਹੁਣ ਡਾਇਰੈਕਟ ਦੇ ਵਿੱਚ ਆਪਾਂ ਜੇ PM ਨੂੰ ਜਿਤਾਉਣਾ ਹੋਵੇ ਤਾਂ ਆਪਾਂ ਵੋਟ ਕਿਹਨੂੰ ਪਾਉਣ ਜਾਵਾਂਗੇ, ਉੱਥੇ MP ਨੂੰ ਵੋਟ ਪਾਉਣ ਜਾਂਦੇ ਹਾਂ। ਤਾਂ ਜਦੋਂ ਜਿਹਦੇ ਕੋਲ ਜ਼ਿਆਦਾ MP ਹੁੰਦੇ ਉਹ ਕੌਣ ਬਣਦਾ, ਆਪਣਾ PM ਬਣ ਜਾਂਦਾ। ਠੀਕ ਹੈ, ਤਾਂ ਇਹ ਗੱਲ ਯਾਦ ਰੱਖਣੀ ਹੈ। ਤਾਂ ਆਪਣੀ ਇਲੈਕਸ਼ਨ ਜਿਹੜੀ ਹੁੰਦੀ ਹੈ ਰਾਸ਼ਟਰਪਤੀ ਵਿੱਚ ਕਿਹੜੀ ਹੁੰਦੀ ਹੈ, ਇਨਡਾਇਰੈਕਟ ਹੁੰਦੀ ਹੈ। ਠੀਕ ਹੈ, ਇਨਡਾਇਰੈਕਟ ਹੁੰਦੀ ਹੈ। ਤਾਂ ਇੱਥੇ ਹੁਣ ਜਿਹੜਾ ਐਗਜ਼ੀਕਿਊਟਿਵ ਅਤੇ ਪ੍ਰੈਜ਼ੀਡੈਂਸੀ ਜਿਹੜਾ ਮੈਂ ਲਿਖਿਆ ਸ਼ਬਦ, ਇਹਦਾ ਕੀ ਮਤਲਬ ਹੈ, ਦੇਖੋ ਧਿਆਨ ਨਾਲ ਗੱਲ ਸਮਝੋ। ਇਹਦਾ ਮਤਲਬ ਕੀ ਹੈ, ਦੇਖੋ ਜਿਹੜਾ ਐਗਜ਼ੀਕਿਊਟਿਵ ਹੈ
ਇਹ ਮੇਨ ਹੈੱਡ ਹੁੰਦਾ, ਜਾਣੀ ਕਿ ਪਾਵਰਫੁਲ ਜਿਹੜੀ ਪੋਸਟ ਹੈ ਜਿਹਨੇ ਸਾਰੇ ਕੰਮ ਇੰਡੀਆ ਵਿੱਚ ਕਰਨੇ ਆ, ਉਹ ਕਿਹੜੀ ਪੋਸਟ ਹੈ? ਐਗਜ਼ੀਕਿਊਟਿਵ ਦੀ ਪੋਸਟ ਹੈ। ਐਗਜ਼ੀਕਿਊਟਿਵ ਦੀ ਪੋਸਟ ਕਿਹੜੀ ਆਪਣੇ ਇੰਡੀਆ ਸਭ ਤੋਂ ਹਾਇਰ ਜਿਹੜੀ ਪੋਸਟ ਉਹ ਕਿਹੜੀ ਹੈ? PM ਦੀ ਹੈ। ਠੀਕ ਹੈ, ਆਪਣੇ ਇੰਡੀਆ ਦੇ ਜਿੰਨੇ ਵੀ ਕੰਮ ਕਰੂਗਾ ਸਾਰੇ ਕੰਮ ਰਾਸ਼ਟਰਪਤੀ ਦੇ ਨਾਮ ਤੇ ਹੋਣਗੇ। ਕੌਣ ਕਰੂਗਾ? PM ਕਰੂਗਾ। ਠੀਕ ਹੈ, ਬਟ ਪ੍ਰੈਜ਼ੀਡੈਂਸ਼ਲੀ ਜਿਹੜਾ ਹੈ ਉਹ ਜਾਣੀ ਕਿ ਪ੍ਰਧਾਨ, ਠੀਕ ਹੈ, ਮਤਲਬ ਕੀ ਹੁੰਦਾ? ਪ੍ਰਧਾਨ। ਤਾਂ ਪ੍ਰੈਜ਼ੀਡੈਂਸ਼ਲੀ ਜਿਹੜਾ ਹੈੱਡ ਹੈ ਉਹ ਕਿਹੜਾ? ਮੋਸਟ ਪਾਵਰਫੁਲ ਬੰਦਾ ਕਿਹੜਾ? ਉਹ ਰਾਸ਼ਟਰਪਤੀ ਹੈ। ਠੀਕ ਹੈ, ਪ੍ਰੈਜ਼ੀਡੈਂਸ਼ਲੀ ਜਿਹੜਾ ਹਾਇਰ ਪੋਸਟ 'ਤੇ ਉਹ ਕਿਹੜਾ? ਰਾਸ਼ਟਰਪਤੀ ਹੈ। ਬਟ ਐਗਜ਼ੀਕਿਊਟਿਵ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਰਾਸ਼ਟਰਪਤੀ ਸੈਕਿੰਡ ਨੰਬਰ 'ਤੇ ਆਊਗਾ, PM ਪਹਿਲੇ ਨੰਬਰ 'ਤੇ ਆਊਗਾ। ਠੀਕ ਹੈ, ਜੇ ਆਪਾਂ ਪਾਵਰ ਦੀ ਗੱਲ ਕਰੀਏ ਤਾਂ, ਉਹਨੂੰ ਇੰਪਲੀਮੈਂਟੇਸ਼ਨ ਦੀ ਗੱਲ ਕਰੀਏ ਤਾਂ PM ਪਹਿਲੇ ਨੰਬਰ 'ਤੇ ਆਊਗਾ। ਠੀਕ ਹੈ, ਹੁਣ ਇੱਥੇ ਜੇ ਮਾਈਂਡ ਵਿੱਚ ਤੁਹਾਡੇ ਕੁਐਸਚਨ ਆਉਂਦਾ ਹੋਊਗਾ ਵੀ ਰਾਸ਼ਟਰਪਤੀ ਜਿਹੜਾ ਹੈ ਉਹਨੂੰ ਐਗਜ਼ੀਕਿਊਟਿਵ ਕਿਉਂ ਨਹੀਂ ਕਹਿੰਦੇ? ਠੀਕ ਹੈ, ਕਿਉਂਕਿ ਰਾਸ਼ਟਰਪਤੀ ਨੂੰ ਤਾਂ ਆਪਾਂ ਪਹਿਲਾ ਸਿਟੀਜ਼ਨ ਬੰਦਾ ਕਹਿੰਦੇ ਆ, ਹੈੱਡ ਆਫ ਦੀ ਸਟੇਟ ਕਹਿੰਦੇ ਆ। ਇਹ ਐਗਜ਼ੀਕਿਊਟਿਵ ਕਿਉਂ ਨਹੀਂ ਹੈਗਾ? ਕਿਉਂ ਨਹੀਂ ਹੈਗਾ? ਕਿਉਂਕਿ ਐਗਜ਼ੀਕਿਊਟਿਵ ਬਣਨ ਵਾਸਤੇ, ਠੀਕ ਹੈ, ਇਲੈਕਟਡ ਕਿੱਥੋਂ ਹੋ ਕੇ ਆਉਣਾ ਪੈਂਦਾ? ਲੋਕ ਸਭਾ ਵਿੱਚੋਂ ਹੋ ਕੇ ਆਉਣਾ ਪੈਂਦਾ। ਜਾਣੀ ਕਿ ਜਨਤਾ ਦੀ ਜਿਹੜੀ ਪਾਵਰ ਹੈ ਉਹ ਜ਼ਿਆਦਾ ਪਾਵਰ ਮੰਨੀ ਜਾਂਦੀ ਹੈ ਐਜ਼ ਕੰਪੇਅਰ ਟੂ ਇੰਟਰੈਕਟ ਦੇ ਵਿੱਚ। ਠੀਕ ਹੈ, ਇੰਟਰੈਕਟ ਦੇ ਵਿੱਚ ਕੀ ਸੀ? MLA ਵੋਟ ਪਾ ਕੇ ਜਿਤਾਉਂਦੇ ਆ ਰਾਸ਼ਟਰਪਤੀ ਨੂੰ, ਪਰ ਡਾਇਰੈਕਟ ਦੇ ਵਿੱਚ ਕੀ ਆਮ ਜਨਤਾ ਵੋਟ ਪਾਉਂਦੀ ਹੈ। ਆਮ ਜਨਤਾ ਤੋਂ ਜਿੱਤਿਆ ਬੰਦਾ ਕੀ ਹੁੰਦਾ? ਐਗਜ਼ੀਕਿਊਟਿਵ ਹੁੰਦਾ, ਤਾਂ ਉਹ ਸਾਰੇ ਕੰਮ ਕਰਦਾ। ਠੀਕ ਹੈ, ਬਟ ਰਾਸ਼ਟਰਪਤੀ ਨੂੰ ਇਹ ਗੱਲ ਫੀਲ ਨਾ ਹੋਵੇ ਵੀ ਇਹ ਮੈਂ ਤਾਂ ਯਾਰ ਸੈਕਿੰਡ ਨੰਬਰ 'ਤੇ ਹੁੰਦਾ, ਮੇਰੇ ਕੋਲ ਤਾਂ ਪਾਵਰ ਘੱਟ ਹੈ, ਰਾਸ਼ਟਰਪਤੀ ਦੇ ਨਾਮ 'ਤੇ ਭਾਵੇਂ ਕੰਮ ਹੋਈ ਜਾਂਦੇ ਆ ਪਰ ਵਾਹ ਖੱਟੀ ਜਾਂਦਾ ਸਾਰਾ PM। ਠੀਕ ਹੈ, ਤਾਂ ਇਹਨਾਂ ਨੂੰ ਸੰਵਿਧਾਨ ਦੇ ਵਿੱਚ ਕੀ ਲਿਖਤਾ ਜੀ? ਨੋਮੀਨਲ ਹੈੱਡ ਆਫ ਦੀ ਐਗਜ਼ੀਕਿਊਟਿਵ, ਯਾਨੀ ਕਿ ਨੋਮੀਨਲ ਹੈੱਡ ਆਫ ਐਗਜ਼ੀਕਿਊਟਿਵ ਲਿਖਤਾ ਵੀ ਭਾਈ ਤੂੰ ਗੁੱਸਾ ਨਹੀਂ ਕਰਨਾ, ਤੂੰ ਕੀ ਹੈ? ਨਾਮ ਦਾ ਕੀ ਹੈ? ਐਗਜ਼ੀਕਿਊਟਿਵ ਹੈ, ਤੂੰ ਨੋਮੀਨਲ ਹੈੱਡ। ਨੋਮੀਨਲ ਦਾ ਮਤਲਬ ਹੁੰਦਾ ਨਾਮ ਦਾ, ਨਾਮ ਮਾਤਰ। ਠੀਕ ਹੈ, ਨਾਮ ਦਾ ਐਗਜ਼ੀਕਿਊਟਿਵ ਹੈ। ਠੀਕ ਹੈ, ਚਲੋ ਅੱਗੇ। ਫਿਰ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ? ਉਹ ਪ੍ਰੋਟੈਕਟ ਕਰਦਾ, ਡਿਫੈਂਡ ਕਰਕੇ ਰੱਖਦਾ ਆਪਣੇ ਸੰਵਿਧਾਨ ਨੂੰ। ਠੀਕ ਹੈ, ਪ੍ਰੋਟੈਕਟ, ਪ੍ਰੀਜ਼ਰਵ ਐਂਡ ਡਿਫੈਂਡ ਕਰਦਾ ਆਪਣੇ ਸੰਵਿਧਾਨ ਨੂੰ, ਕੌਨਸਟੀਟਿਊਸ਼ਨ ਆਫ ਇੰਡੀਆ ਨੂੰ। ਫਿਰ ਅਗਲਾ ਆ ਗਿਆ ਜੀ ਕਸਟੋਡੀਅਨ ਕੌਨਸਟੀਟਿਊਸ਼ਨ ਆਫ ਦੀ ਇੰਡੀਆ। ਮੋਸਟ ਇੰਪੋਰਟੈਂਟ ਹੈ ਜੀ ਕੁਐਸਚਨ ਇਹ। ਹੁਣ ਇੱਥੇ ਕੁਐਸਚਨ ਆਉਂਦਾ ਆਪਣਾ ਕਈ ਪੇਪਰਾਂ ਦੇ ਵਿੱਚ, ਕਸਟੋਡੀਅਨ ਕੌਨਸਟੀਟਿਊਸ਼ਨ ਆਫ ਇੰਡੀਆ ਆਪਾਂ ਕਿਹਨੂੰ ਕਹਿੰਦੇ ਆ? ਤਾਂ ਇੱਥੇ ਆਪਾਂ ਰਾਸ਼ਟਰਪਤੀ ਨੂੰ ਨਹੀਂ ਕਹਾਂਗੇ, ਇੱਥੇ ਆਪਾਂ ਕਿਹਨੂੰ ਕਹਾਂਗੇ? ਸੁਪਰੀਮ ਕੋਰਟ ਨੂੰ ਕਹਾਂਗੇ। ਕਿਉਂਕਿ ਸੁਪਰੀਮ ਕੋਰਟ ਕਿਉਂ ਕਹਿੰਦੇ ਆ? ਕਿਉਂਕਿ ਆਪਣੇ ਇੰਡੀਆ ਵਿੱਚ ਚੱਲਦੀ ਹੈ ਡੈਮੋਕ੍ਰੇਸੀ। ਠੀਕ ਹੈ, ਡੈਮੋਕ੍ਰੇਸੀ ਕਰਕੇ ਆਪਣਾ ਕਸਟੋਡੀਅਨ ਕੌਨਸਟੀਟਿਊਸ਼ਨ ਆਫ ਦੀ ਇੰਡੀਆ ਕੌਣ ਹੈ ਜੀ? ਸੁਪਰੀਮ ਕੋਰਟ। ਠੀਕ ਹੈ, ਸੋ ਇਹ ਗੱਲਾਂ ਤੁਸੀਂ ਯਾਦ ਰੱਖਣੀਆਂ, ਮੈਨੂੰ ਸਾਰਾ ਸਮਝ ਲੱਗ ਗਿਆ ਹੁਣ। ਸੋ ਨੈਕਸਟ ਫਿਰ ਅੱਗੇ ਆ ਗਿਆ ਜੀ ਪ੍ਰੋਸੀਜਰ। ਦੇਖੋ ਪ੍ਰੋਸੀਜਰ ਬੜਾ ਆਸਾਨ ਹੈ ਜੀ ਇਹਨਾਂ ਦਾ। ਠੀਕ ਹੈ, ਰਾਸ਼ਟਰਪਤੀ ਬਣਨ ਵਾਸਤੇ ਕਿਹੜੇ ਕਿਹੜੇ ਮੈਂਬਰ ਜਿਹੜੇ ਆ ਉਹ ਸ਼ਾਮਿਲ ਹੁੰਦੇ ਆ, ਕਿਹੜੇ ਕਿਹੜੇ ਬੰਦੇ ਵੋਟਾਂ ਪਾਉਂਦੇ, ਕਿਹੜੇ ਬੰਦੇ ਵੋਟਾਂ ਨਹੀਂ ਪਾਉਂਦੇ, ਉਹ ਆਪਾਂ ਦੇਖਦੇ ਹਾਂ। ਦੇਖੋ ਦੋ ਚੀਜ਼ਾਂ ਹੁੰਦੀਆਂ ਆਪਣੇ ਕੋਲ, ਕਿਹੜੇ ਕਿਹੜੇ? ਇੱਕ ਤਾਂ ਸੈਂਟਰ, ਇੱਕ ਸਟੇਟ। ਠੀਕ ਹੈ, ਇੱਕ ਸੈਂਟਰ ਤੇ ਇੱਕ ਸਟੇਟ। ਸੈਂਟਰ ਦੀ ਆਪਾਂ ਗੱਲ ਕਰਾਂਗੇ ਤਾਂ ਲੋਕ ਸਭਾ ਦੇ ਬੰਦੇ ਤੇ ਰਾਜ ਸਭਾ ਦੇ ਬੰਦੇ ਵੋਟ ਪਾਉਣਗੇ। ਸਟੇਟ ਦੀ ਗੱਲ ਕਰੀਏ, ਕਈ ਸਟੇਟਾਂ ਵਿੱਚ ਤਾਂ ਹੁੰਦੀ ਹੈ ਲੈਜਿਸਲੇਟਿਵ ਅਸੈਂਬਲੀ, ਕਈ ਸਟੇਟਾਂ ਵਿੱਚ ਹੁੰਦੀ ਹੈ ਲੈਜਿਸਲੇਟਿਵ ਕਾਉਂਸਿਲ। ਅਸੈਂਬਲੀ ਦਾ ਮਤਲਬ ਹੁੰਦਾ ਵਿਧਾਨ ਸਭਾ। ਠੀਕ ਹੈ, ਵਿਧਾਨ ਸਭਾ। ਤੇ ਕਾਉਂਸਿਲ ਦਾ ਮਤਲਬ ਹੁੰਦਾ ਵਿਧਾਨ ਪ੍ਰੀਸ਼ਦ। ਠੀਕ ਹੈ, ਵਿਧਾਨ ਪ੍ਰੀਸ਼ਦ। ਤਾਂ ਜ਼ਿਆਦਾਤਰ ਆਪਣੇ ਸਟੇਟਾਂ ਵਿੱਚ ਕੀ ਹੈ? ਅਸੈਂਬਲੀ ਹੈ। ਪ੍ਰੀਸ਼ਦ ਤਾਂ 6-7 ਸਟੇਟਾਂ 'ਚ ਹੀ ਹੈ। ਠੀਕ ਹੈ, ਇਹ ਤਾਂ ਘੱਟ ਹੈ। ਬਟ ਮੈਂ ਇੱਥੇ ਤੁਹਾਨੂੰ ਦੱਸਣਾ ਕੀ ਚਾਹੁੰਦਾ ਵੀ ਸਿਰਫ ਆਹ ਤਿੰਨ ਜਿਹੜੇ ਆਹ ਹੈਗੇ ਪਰਸਨ ਇਹੀ ਵੋਟ ਪਾਉਂਦੇ ਆ ਰਾਸ਼ਟਰਪਤੀ ਦੇ ਚੁਣਾਵ ਨੂੰ। ਠੀਕ ਹੈ, ਪ੍ਰੀਸ਼ਦ ਦਾ ਇੱਕ ਵੀ ਬੰਦਾ, ਉਹਦੇ ਕੋਲ ਕੋਈ ਪਾਵਰ ਨਹੀਂ ਹੈਗੀ ਕਿ ਉਹ ਰਾਸ਼ਟਰਪਤੀ ਦੇ ਚੁਣਾਵ ਦੇ ਵਿੱਚ ਉਹਨਾਂ ਨੂੰ ਵੋਟ ਪਾ ਸਕੇ। ਠੀਕ ਹੈ, ਸਿਰਫ ਤੇ ਸਿਰਫ ਕਿਹੜੇ ਕਿਹੜੇ ਬੰਦੇ ਹਿੱਸਾ ਲੈਣਗੇ? ਲੋਕ ਸਭਾ ਦੇ ਮੈਂਬਰ, ਰਾਜ ਸਭਾ ਦੇ ਮੈਂਬਰ ਦੇ ਆਪਣੇ MLA। ਠੀਕ ਹੈ, ਵਿਧਾਨ ਸਭਾ 'ਚ ਸਾਰੇ ਕੌਣ ਬਹਿੰਦੇ ਜੀ? ਸਾਰੇ MLA ਜਿੱਥੇ ਬਹਿੰਦੇ ਉਹ ਕੀ ਹੁੰਦਾ? ਵਿਧਾਨ ਸਭਾ ਹੁੰਦੀ ਹੈ। ਠੀਕ ਹੈ, ਤੇ ਆਪਣਾ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਪੰਜਾਬ 'ਚ ਟੋਟਲ MLA ਕਿੰਨੇ? 117 ਤੇ ਡਿਪੈਂਡ ਕਰਦਾ ਸਾਰੇ ਪੋਪੂਲੇਸ਼ਨ 'ਤੇ। ਠੀਕ ਹੈ, ਤੇ ਲੋਕ ਸਭਾ ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਹੈ ਡਾਇਰੈਕਟ ਹੁੰਦੀ ਹੈ, ਰਾਜ ਸਭਾ ਦੇ ਵਿੱਚ ਇੰਟਰੈਕਟ ਹੁੰਦੀ ਹੈ, ਤੇ ਫਿਰ ਵਿਧਾਨ ਸਭਾ ਦੇ ਵਿੱਚ ਵੀ ਡਾਇਰੈਕਟ ਹੁੰਦੀ ਹੈ, ਤੇ ਕੌਂਸਲ ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਹੈ ਉਹ ਹੁੰਦੀ ਹੈ ਇੰਟਰੈਕਟ ਹੁੰਦੀ ਹੈ। ਠੀਕ ਹੈ, ਤਾਂ ਹੁਣ ਆਪਾਂ ਜੇ ਗੱਲ ਕਰੀਏ ਇਹਨਾਂ ਦੀ ਲੋਕ ਸਭਾ ਵਿੱਚ ਟੋਟਲ ਬੰਦੇ ਕਿੰਨੇ ਵੋਟਾਂ ਪਾਉਣਗੇ ਜੀ ਰਾਸ਼ਟਰਪਤੀ ਨੂੰ? ਜਾਣੀ ਕਿੰਨੇ ਮੈਂਬਰ ਵੋਟ ਪਾਉਣਗੇ? 543 ਬੰਦੇ ਵੋਟ ਪਾਉਣਗੇ। ਇਹ ਕੀ ਹੈ? ਇਲੈਕਟਡ ਹੈ।
ठीक है, गल याद रखनी। मैं हुण दी लिखी है, करंट जी लिखी है इलैक्टेड है। वैसे तो हुण टोटल किन्ने 545 है। मैं 545 क्यों नहीं लिखा, क्योंकि जिहड़े 2 बंदे लोक सभा विच चुने जाते हैं वो किहड़े हुंदे, नोमीनेटेड हुंदे, वो किहड़े हुंदे, नोमीनेटेड। तो नोमीनेटेड परसन हमेशा कौन चुनदा जी, प्रैजिडेंट चुनदा। ठीक है, नोमीनेटेड परसन जिहड़े 2 हुंदे आ, जिन्होंने आपां एंगलो इंडियन भी कहने, जिन्होंने आपां की बोलते हैं एंगलो इंडियन। तो एंगलो इंडियन जिहड़े 2 नोमीनेटेड बंदे आ, ये कदे भी राष्ट्रपति की चोणां का हिस्सा नहीं बनते। ठीक है, चोणां का हिस्सा नहीं बनते। तो याद रखना, नोमीनेटेड परसन शामिल नहीं होंगे राष्ट्रपति चुनाव के विच। इस करके आप टोटल हुण किन्ने लिखे, 543 लिखे, बट एक्चुअल अपने इस टाइम 545 मैंबर है जी अपने लोक सभा के विच। ठीक है, फिर अगे आ गई राज्य सभा। राज्य सभा की आप जी गल करिए तो 233 बंदे वोटां पाउणगे। ठीक है, क्यों, क्योंकि जिहड़े 12 बंदे अपॉइंट करता राष्ट्रपति, ठीक है, नोमीनेट करता। नोमीनेट बंदे किहड़े हुंदे, 12 है जिहड़े किसी ना किसी आपदी फील्ड दे विच बहुत मशहूर हस्ती हुंदे आ। ठीक है, उन्होंने चुने जाते हैं, जिन्होंने तकरीबन बहुत सारे अवार्ड्स मिले होंगे, खेडों में पूरे माहर होंगे, फिल्म मेकर होंगे, बहुत जानी कि तरह के होंगे बंदे। आप भी डिस्कस करांगे जो आप राज्य सभा पढ़ांगे सारी। ठीक है, तो 12 बंदे ये भी जोड़े शामिल नहीं होंगे राष्ट्रपति चुनाव वास्ते। ठीक है, राज्य सभा की गल होगी। फिर अगे जो आप गल करिए, देखो इत्थे एक चीज़ तुसीं होर नोट कर लियो, लोक सभा राज्य सभा। लोक सभा के 2 बंदे इत्थे लिख देने, राज्य सभा 12 बंदे, तो टोटल 14 बंदे हिस्सा नहीं लेंदे राष्ट्रपति चुनाव वास्ते। ठीक है जी, तो फिर बाद आ गई अगे गल MLA की। ठीक है, हुण जे आप MLA की गल करिए, देखो MLA तो हुण बहुत है इंडिया स्टेटां है, 28 स्टेट है, तो MLA तो बथेरे होणगे, क्योंकि हरेक स्टेट की जी पॉपूलेशन है वक्री वक्री है, कई घट है, कई ज़्यादा। हुण यूपी सब तो ज़्यादा पॉपूलेशन है, तो उत्थे हुण MLA बहुत ज़्यादा। ठीक है, अपने पंजाब किन्ने टोटल 117 ही है। तो इत्थे मैं की कहना चाहुंदा, अपने स्टेट्स नूं मिला लीए, चाहे आपां ਉਹਦੇ यूटीज़ मिला लीए, यूनियन टैरेटरीज़ मिला लीए, तो यूनियन टैरेटरीज़ प्लस स्टेट मिला के सारे MLA वोटां पाउंदे आ। पर यूटी विचों किहड़ियां 2 यूटीज़ दे MLA वोट पाउणगे, सिर्फ तो सिर्फ दिल्ली ते पुडुचेरी दे। ठीक है, दिल्ली ते पुडुचेरी दे ही मैंबर जिहड़े आ, MLA जिहड़े आ, वो वोट पा सकते हैं राष्ट्रपति के चुनाव में। ठीक है जी, 70वीं अमेंडमेंट के विच जिहड़ा यह चेंज किया गया सी। ठीक है, 70वीं अमेंडमेंट के विच ये चीज़ां चेंज कीतियां गईयां सी। समझ लगी जी, सिर्फ दिल्ली ते पुडुचेरी। तो इत्थे तुसीं कड इत्थे कॉलम बना सकते हो सारी कापियां ते। ठीक है, यूटी विचों जे आपां गल करांगे तो दिल्ली ते पुडुचेरी के मैंबर ही की वोट पाउणगे। क्यों, क्योंकि इन्हां दोनों में की है CM हुंदा। ठीक है, CM है, जिथे CM हुंदा उत्थे MLA होगा ही होगा। ठीक है, गल याद रखना। बाकी अदर यूटी में CM नहीं है, तुसीं सुनिया कि चंडीगढ़ से CM है। ठीक है, अंडेमान निकोबार जो उत्थे CM है नहीं, कितने नहीं है। ठीक है, तो गल याद रखनी है, जिथे CM हुंदा उत्थे की हुंदा, हमेशा MLA हुंदे आ। तो अपने यूटी दे विच CM सिर्फ 2 ही थावां ते है, दिल्ली ते पुडुचेरी। तो MLA जिहड़े वो सारे CM दे अंडर हुंदे आ। तो ये जिहड़े दोने वोटां पाउंदे आ राष्ट्रपति के चुनाव वास्ते। समझ लग गई जी सारी गल, ये सीगा प्रोसीजर। फिर नैक्सट अगे आ गया जी इलैक्शन प्रोसैस किवें हुंदा। देखो बहुत इंपॉर्टेंट है जी, बहुत इंपॉर्टेंट है, ध्यान नाल समझो इहनूं। देखो आपां ये पढ़ लिया MLA MP सारे कित्थे बहिंदे आ, लोक सभा ते राज्य सभा च बहिंदे आ। MLA सारे कित्थे बहिंदे, विधान सभा च बहिंदे आ। ठीक है, हुण जिन्ने भी MLA हुंदे आ जां MP हुंदे आ, इन्हां दी वोटां दी जिहड़ी वैल्यू है वो सारिਆਂ दी वक्री वक्री हुंदी है। ठीक है, तो MLA की वोट की वैल्यू अलग कढ़ते हैं, MP की वोट की वैल्यू ही है वो अलग कढ़ी जाती है। ठीक है, वो किवें कढ़ी जाती आप देखते हैं। सब तो पहला तुसीं फार्मूला जिहड़ा वो नोट कर लेना, भावें तुसीं स्क्रीनशॉट लै सकते हो। इस फार्मूले विच की लिखा है MLA की वैल्यू दे विच टोटल पॉपूलेशन ऑफ द स्टेट। ठीक है, टोटल पॉपूलेशन ऑफ द स्टेट अपॉन टोटल नंबर ऑफ इलैक्टेड MLAs इंटू 1/1000। ठीक है जी, यानी कि जिन्नी भी पॉपूलेशन होगी उस स्टेट की, ठीक है, उन्होंने उपर रखा जाऊगा। तो जिन्ने भी वो मैंबर होंगे, मान लो अपने पंजाब किन्ने MLA जी 117, इन्होंने नीचे रखेंगे। मान लो अपने पंजाब की 2 करोड़ आबादी है, तो 2 करोड़ आबादी उपर रखा जाऊगा। तो बाद फिर गुना 1/1000 करके उन्होंने कट कढ़ के जोड़ा भी वैल्यू आऊगी वो MLA की वोट की वैल्यू आऊगी।
ठीक है, MLA ਦੇ ਵੋਟ ਦੀ ਵੈਲਿਊ ਆਊਗੀ। ਇੱਥੇ ਹੁਣ ਇੱਕ ਡਾਊਟ ਪੈਦਾ ਹੁੰਦਾ ਕਿਹੜਾ ਵੀ ਜਿਹੜੀ ਪੋਪੂਲੇਸ਼ਨ ਹੈ ਉਹ ਕਿਹੜੀ ਗਿਣੀ ਜਾਂਦੀ ਹੈ, ਠੀਕ ਹੈ, ਪੋਪੂਲੇਸ਼ਨ ਕਿਹੜੀ ਗਿਣੀ ਜਾਂਦੀ ਹੈ। ਤਾਂ ਯਾਦ ਰੱਖਣਾ ਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ, ਯਾਦ ਰੱਖਣਾ ਆਪਣੀ ਜਿਹੜੀ ਜਨਗਣਨਾ ਹੁੰਦੀ ਹੈ ਉਹ ਆਪਾਂ ਨੂੰ ਪਤਾ ਹਰ 10 ਸਾਲ ਬਾਅਦ ਹੁੰਦੀ ਹੈ, ਬਟ ਆਪਾਂ ਇਲੈਕਸ਼ਨ ਪ੍ਰੋਸੈਸ ਦੇ ਵਿੱਚ, ਰਾਸ਼ਟਰਪਤੀ ਦੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਜਿਹੜੀ ਆਪਾਂ ਜਨਗਣਨਾ ਗਿਣਾਂਗੇ, ਜਨਸੰਖਿਆ ਗਿਣਾਂਗੇ, ਪੋਪੂਲੇਸ਼ਨ ਗਿਣਾਂਗੇ, ਉਹ ਕਿਹੜੀ ਗਿਣਾਂਗੇ, 1971 ਵਾਲੀ ਗਿਣਾਂਗੇ। ਠੀਕ ਹੈ, ਠੀਕ ਹੈ ਜੀ, 1971 ਵਾਲੀ ਪੋਪੂਲੇਸ਼ਨ ਗਿਣਾਂਗੇ। ਹੁਣ ਕਈਆਂ ਦੇ ਮਨ 'ਚ ਕੁਐਸਚਨ ਆਉਂਦਾ ਹੋਊਗਾ ਵੀ ਕਿਉਂ 1971 ਵਾਲੀ ਹੀ ਕਿਉਂ ਆਪਾਂ ਗਿਣਦੇ ਹਾਂ। ਹੁਣ ਤਾਂ ਉਦੋਂ ਬਾਅਦ ਤਾਂ 5ਵੀਂ ਵੀ ਆਉਣ ਵਾਲੀ ਹੋ ਗਈ, ਉਦੋਂ ਬਾਅਦ 4 ਜਨਗਣਨਾ ਦੁਬਾਰਾ ਹੋ ਗਈਆਂ, 5ਵੀਂ ਆਪਣੀ ਹੁਣ ਸਿਰ 'ਤੇ ਆ ਜਮਾ, ਹੈ ਨਾ। ਇਹ ਕਿਉਂ ਹੈ, ਦੇਖੋ 1947 ਤੋਂ ਬਾਅਦ ਕੀ ਹੋਇਆ, ਜਦੋਂ ਇੰਡੀਆ ਆਜ਼ਾਦ ਹੋਇਆ, ਸਾਰਿਆਂ ਨੂੰ ਆਜ਼ਾਦੀ ਮਿਲੀ, ਠੀਕ ਹੈ, ਤਾਂ ਕਹਿੰਦੇ ਪੋਪੂਲੇਸ਼ਨ ਇੰਨੀ ਜ਼ਿਆਦਾ ਇਨਕਰੀਜ਼ ਹੋਏਗੀ ਕਿ ਸਰਕਾਰ ਨੂੰ ਕਹਿਣਾ ਪਿਆ ਵੀ ਆਪਣੇ ਕੋਲ ਜਿਹੜਾ ਸਾਜੋ ਸਮਾਨ ਹੈ, ਆਪਣੇ ਕੋਲ ਜਿਹੜੀਆਂ ਚੀਜ਼ਾਂ ਉਹ ਥੋੜ੍ਹੀਆਂ, ਪੋਪੂਲੇਸ਼ਨ ਵਾਲੀ ਹੈ। ਜੇ ਇਸ ਤਰ੍ਹਾਂ ਪੋਪੂਲੇਸ਼ਨ ਵੱਧਦੀ ਗਈ ਤਾਂ ਆਪਣਾ ਇੰਡੀਆ ਜਿਹੜਾ ਉਹ ਕੰਗਾਲ ਹੋ ਜਾਊਗਾ। ਵੀ ਗਲਤ ਗੱਲ ਹੈ, ਵੀ ਪੋਪੂਲੇਸ਼ਨ ਆਪਾਂ ਨੂੰ ਕੀ ਕੰਟਰੋਲ ਕਰਨੀ ਚਾਹੀਦੀ। ਮੁੱਕਦੀ ਗੱਲ ਇਹ ਹੈ। ਤਾਂ ਇੱਥੇ ਨਾਅਰਾ ਵੀ ਲੱਗਿਆ, ਇੱਥੇ ਇਹਨਾਂ ਨੇ ਸਰਕਾਰ ਨੇ ਕਿਹਾ ਵੀ ਸੀ ਹਮ ਦੋ ਹਮਾਰੇ ਦੋ, ਠੀਕ ਹੈ, ਹਮ ਦੋ ਹਮਾਰੇ ਦੋ ਇੱਥੇ ਸਰਕਾਰ ਨੇ ਕਿਹਾ ਵੀ ਸੀ। ਅਤੇ ਜਿਹੜਾ ਆਹ ਮੈਂ ਟਾਈਮ 1971 ਦਾ ਲਿਖਿਆ ਹੈ, ਕਿਹੜਾ ਟਾਈਮ ਹੈ ਜੀ, ਇੰਦਰਾ ਗਾਂਧੀ ਸਰਕਾਰ ਦਾ ਟਾਈਮ ਹੈ, ਠੀਕ ਹੈ, ਇੰਦਰਾ ਗਾਂਧੀ ਦੀ ਸਰਕਾਰ ਦਾ ਟਾਈਮ ਹੈ। ਇਸ ਵੇਲੇ ਫਿਰ ਇੱਕ ਡਿਸੀਜ਼ਨ ਲਿੱਤਾ ਗਿਆ ਕਿ ਦੇਖੋ ਡਿਸੀਜ਼ਨ ਕਿਉਂ ਲਿੱਤਾ, ਦੇਖੋ ਆਪਣਾ ਇੰਡੀਆ, ਸਾਨੂੰ ਸਾਰਿਆਂ ਨੂੰ ਪਤਾ ਆਪਣਾ ਇੰਡੀਆ 2 ਹਿੱਸੇ 'ਚ ਵੰਡਿਆ ਜਾਂਦਾ, ਠੀਕ ਹੈ, ਇੱਕ ਤਾਂ ਸਾਊਥ ਇੰਡੀਆ, ਇੱਕ ਨਾਰਥ ਇੰਡੀਆ, ਠੀਕ ਹੈ, ਸਾਊਥ ਇੰਡੀਆ ਅਤੇ ਨਾਰਥ ਇੰਡੀਆ। ਕਹਿੰਦੇ ਜਦੋਂ ਇਹ ਕਿਹਾ ਗਿਆ ਵੀ ਹਮ ਦੋ ਹਮਾਰੇ ਦੋ, ਇਸ ਗੱਲ ਦਾ, ਠੀਕ ਹੈ, ਜਾਣੀ ਕਿ ਇਸ ਗੱਲ ਨੂੰ ਪੂਰਾ ਕਿਹਨਾਂ ਨੇ ਕੀਤਾ, ਸਾਊਥ ਇੰਡੀਅਨ ਲੋਕਾਂ ਨੇ ਪੂਰਾ ਕੀਤਾ। ਜਾਣੀ ਕਿ ਉਹਨਾਂ ਨੇ ਸਰਕਾਰ ਦੀ ਗੱਲ ਮੰਨੀ ਵੀ ਹਾਂ ਯਾਰ ਆਪਾਂ ਨੂੰ ਪੋਪੂਲੇਸ਼ਨ ਆਪਣੇ ਇੰਡੀਆ ਦੀ ਜਿਹੜੀ ਆ ਉਹ ਕੰਟਰੋਲ ਕਰਨੀ ਚਾਹੀਦੀ ਹੈ। ਤਾਂ ਇਹਨਾਂ ਨੇ ਬੜਾ ਜ਼ੋਰ ਲਾਇਆ, ਇਹਨਾਂ ਨੇ ਕੰਟਰੋਲ ਕੀਤੀ, ਬਟ ਕੀ ਹੋਇਆ, ਨਾਰਥ ਇੰਡੀਆ ਦੇ ਵਿੱਚ ਜਿਹੜੀ ਪੋਪੂਲੇਸ਼ਨ ਆ ਉਹ ਕੰਟਰੋਲ ਨਹੀਂ ਹੋ ਸਕੀ। ਇਹਨਾਂ ਨੇ ਤਾਂ ਕੰਟਰੋਲ ਕਰ ਲਈ, ਇਹ ਕੰਟਰੋਲ ਨਹੀਂ ਕਰ ਸਕੇ। ਤਾਂ ਜਦੋਂ ਇਲੈਕਸ਼ਨ ਦੀ ਗੱਲ ਆਈ, ਤਾਂ ਇਲੈਕਸ਼ਨ ਜਦੋਂ ਆਈ ਤਾਂ ਇੱਥੇ ਪੈ ਗਿਆ ਚੱਕਰ, ਪੰਗਾ ਪੈ ਗਿਆ। ਕੀ ਪੰਗਾ ਪੈ ਗਿਆ ਵੀ ਸਾਊਥ ਇੰਡੀਆ ਵਾਲੇ ਲੋਕਾਂ ਨੇ ਪ੍ਰੋਟੈਸਟ ਕੀਤਾ। ਇਹਨਾਂ ਨੇ ਕੀ ਕੀਤਾ, ਇਹ ਕਿਹਾ ਵੀ ਦੇਖੋ ਜੀ ਅਸੀਂ ਤਾਂ ਤੁਹਾਡੀ ਗੱਲ ਮੰਨ ਕੇ ਪੋਪੂਲੇਸ਼ਨ ਕੰਟਰੋਲ ਕਰ ਲਈ, ਪਰ ਜਿਹੜੇ ਨਾਰਥ ਇੰਡੀਆ ਵਾਲੇ ਆ ਇਹਨਾਂ ਵਿੱਚ ਪੋਪੂਲੇਸ਼ਨ ਜ਼ਿਆਦਾ ਹੋਣ ਕਰਕੇ ਇਹਨਾਂ ਦੇ ਜਿਹੜੇ MLA ਹੋਣਗੇ ਉਹਨਾਂ ਦੀ ਵੋਟਿੰਗ ਵੈਲਿਊ ਕੀ ਨਿਕਲੂਗੀ, ਸਾਡੇ MLA ਨਾਲੋਂ ਜ਼ਿਆਦਾ ਨਿਕਲੂਗੀ। ਮੇਰੀ ਗੱਲ ਸਮਝ ਗਏ, ਮੈਂ ਦੁਬਾਰਾ ਬੋਲ ਦਿੰਦਾ, ਜਦੋਂ ਵੋਟਾਂ ਦੀ ਗੱਲ ਆਊਗੀ ਤਾਂ ਜਿੱਥੇ ਪੋਪੂਲੇਸ਼ਨ ਜ਼ਿਆਦਾ ਹੋਊਗੀ ਤਾਂ ਇਟ ਮੀਨਸ ਉੱਥੇ ਉਹਨਾਂ ਦੇ MLA ਦੀ ਵੈਲਿਊ ਕੀ ਹੋਊਗੀ, ਵੋਟਾਂ ਦੀ ਜ਼ਿਆਦਾ ਹੋਊਗੀ। ਤਾਂ ਇਹ ਤਾਂ ਕੰਮ ਗਲਤ ਹੈ, ਠੀਕ ਹੈ। ਤਾਂ ਇਹਨਾਂ ਨੇ ਆਪਦੇ ਆਪ ਨੂੰ ਕੀ ਪ੍ਰੋਟੈਸਟ ਕੀਤਾ, ਸਰਕਾਰ ਨੇ ਗੱਲ ਇਹਨਾਂ ਦੀ ਜਾਇਜ਼ ਮੰਨ ਕੇ ਸਰਕਾਰ ਨੇ ਫਿਰ ਕੀ ਫੈਸਲਾ ਲਿੱਤਾ ਇਹਨਾਂ 'ਤੇ ਵੀ ਚਾਹੇ ਪੋਪੂਲੇਸ਼ਨ ਹੁਣ ਵਧੂ ਚਾਹੇ ਘਟੂ, ਆਪਾਂ ਪਿਛਲੀ ਪੋਪੂਲੇਸ਼ਨ ਨੂੰ ਕੀ ਕਾਊਂਟ ਕਰਾਂਗੇ। ਤਾਂ ਉਸ ਤੋਂ 1971 ਤੋਂ ਬਾਅਦ ਦੀ ਜਿਹੜੀ ਆਪਾਂ ਗੱਲ ਕਰੀਏ, 1971 ਤੋਂ ਬਾਅਦ, ਠੀਕ ਹੈ, ਵੈਸੇ ਹੁਣ 2020 ਆ ਗਿਆ, 2020 26 30 ਹਾਂ ਹਜੇ ਤੱਕ 10 ਸਾਲ ਤਾਂ ਨਹੀਂ ਇਹਨੂੰ ਚੇਂਜ ਕਰਦੇ। ਦੇਖੋ 1971 ਜਿਹੜਾ ਹੈ ਇਹ ਭਾਵੇਂ ਤੁਸੀਂ ਜਿਹੜੀ ਹੁਣ ਨਵੀਂ ਜਨਗਣਨਾ ਹੋ ਗਈ 2021 ਵਾਲੀ, ਇਸ 'ਚ ਵੀ ਚੇਂਜ ਨਹੀਂ ਕਰਦੇ ਇਹਦਾ ਪ੍ਰੋਸੈਸ, ਠੀਕ ਹੈ, ਹਜੇ ਤੱਕ ਤਾਂ 1971 ਵਾਲੀ ਹੀ ਦੇਖਣਗੇ, ਠੀਕ ਹੈ, ਪਰ 10 ਸਾਲਾਂ ਬਾਅਦ ਸ਼ਾਇਦ ਇਹ ਚੇਂਜ ਹੋ ਸਕਦੀ ਹੈ ਅਕੋਰਡਿੰਗ ਟੂ ਪੋਪੂਲੇਸ਼ਨ, ਠੀਕ ਹੈ। ਤਾਂ ਫਿਰ ਇਹ ਇਹਨਾਂ ਨੇ ਕੀ ਕੀਤਾ, ਪ੍ਰੋਟੈਸਟ ਕਰਕੇ ਇਹਨਾਂ ਨੇ 1971 ਵਾਲੀ ਜਿਹੜੀ ਜਨਸੰਖਿਆ ਇਹ ਗਿਣਨੀ ਸ਼ੁਰੂ ਕੀਤੀ ਉਸ ਟਾਈਮ ਤੋਂ, ਠੀਕ ਹੈ। ਫਿਰ ਅੱਗੇ ਹੁਣ ਵੋਟਿੰਗ ਵੈਲਿਊ ਨਿਕਲਦੀ ਕਿਵੇਂ ਆਪਾਂ ਦੇਖ ਲਿਆ, ਠੀਕ ਹੈ। MLA ਦੀ ਵੋਟ ਦੀ ਵੈਲਿਊ ਟੋਟਲ MLA ਨੀਚੇ, ਉੱਪਰ ਟੋਟਲ ਪੋਪੂਲੇਸ਼ਨ ਗੁਣਾ 1000 ਕਰ ਦੇਂਗੇ, ਠੀਕ ਹੈ ਜੀ। ਅੱਗੇ ਹੁਣ ਜਿਹੜੀ ਵੈਲਿਊ ਆਊਗੀ ਉਦੋਂ ਫਿਰ MP ਦੀ ਵੈਲਿਊ ਨਿਕਲਦੀ ਹੈ। MP ਦੀ ਵੈਲਿਊ ਕਿਵੇਂ ਨਿਕਲੂਗੀ, ਆਲ MLA ਆਫ ਆਲ ਸਟੇਟ। ਦੇਖੋ ਆਪਣੇ 28 ਸਟੇਟ ਨੇ, 28 ਸਟੇਟਾਂ ਜਿੰਨੇ ਵੀ MLA ਆ, ਦਿੱਲੀ ਪੁਡੂਚੇਰੀ ਨਾਲ ਮਿਲਾ ਕੇ ਜਿੰਨੇ ਵੀ MLA ਸਾਰਿਆਂ ਨੂੰ ਉੱਪਰ ਰੱਖਿਆ ਜਾਊਗਾ, ਅਤੇ ਟੋਟਲ ਨੰਬਰ ਆਫ MPs ਜਿਹੜੇ ਉਹ ਨੀਚੇ ਰੱਖੇ ਜਾਣਗੇ। ਤਾਂ ਇੱਥੋਂ ਜਿਹੜੀ ਵੈਲਿਊ ਆਊਗੀ ਉਹ ਕਿਹੜੀ ਆਊਗੀ, MP ਦੀ ਵੋਟ ਦੀ ਵੈਲਿਊ ਆਊਗੀ। ਸਮਝ ਲੱਗ ਗਈ ਜੀ। ਸੋ ਇਸ ਤੋਂ ਇਲਾਵਾ ਇੱਕ ਗੱਲ ਤੁਸੀਂ ਹੋਰ ਯਾਦ ਰੱਖਣੀ ਇਹਦੇ ਵਿੱਚ ਕਿਹੜੀ, ਇੱਕ ਹੁੰਦਾ ਕੋਟਾ, ਸਪੈਸ਼ਲ ਕੋਟਾ ਵੀ ਹੁੰਦਾ, ਉਹ ਵੀ ਆਪਾਂ ਇੱਥੇ ਲਿਖ ਹੀ ਲੈਂਦੇ ਕੋਟਾ, ਇਹ ਤੁਸੀਂ ਨੋਟ ਕਰ ਲਓ, ਮੈਂ ਇੱਥੇ ਡਰਾ ਨਹੀਂ ਕੀਤਾ। ਦੇਖੋ ਕੋਟੇ ਦਾ ਮਤਲਬ ਕੀ ਹੁੰਦਾ, ਨੰਬਰ ਆਫ, ਤੁਸੀਂ ਲਿਖ ਲਿਓ ਨੰਬਰ ਆਫ ਵੋਟਸ, ਠੀਕ ਹੈ, ਨੰਬਰ ਆਫ ਵੋਟਸ ਪੋਲਡ, ਠੀਕ ਹੈ, ਅਪੋਨ 2 + 1, ਯਾਨੀ ਕਿ ਜਿੰਨੇ ਵੀ ਆਹ ਵੈਲਿਊ ਨਿਕਲੂਗੀ, ਮੰਨ ਲਓ ਸਾਰਿਆਂ ਦੀ ਟੋਟਲ
ਲਾ ਲੂ ਕੇ वैल्यू मान लो टोटल 10,000 वोट बन गई, ठीक है। मान लो टोटल कितनी बन गई 10,000 वोट बन गई, तो 10,000 ਨੂੰ ਉੱਪਰ ਰੱਖਿਆ ਜਾਊਗਾ, नीचे 2 ਲਾਉਣਗੇ प्लस 1 लगूगा। अब मैं कोटे की गल कर रहा, कोटा समझा रहा, कोटा किवें निकलदा भी राष्ट्रपति चुनिया किवें जांदा, ठीक है। मान लो टोटल 10,000 वोटां पईआं बटा 2 + 1 जानी कि ਤਾਂ ਹੁਣ ਰਾਸ਼ਟਰਪਤੀ ਬਣਨ ਵਾਸਤੇ ਉਹਨੂੰ ਜਿੱਤਣ ਵਾਸਤੇ ਕਿੰਨੀਆਂ ਵੋਟਾਂ ਚਾਹੀਦੀਆਂ ਉਹਨੂੰ 2,000 ਨੂੰ ਭਾਗ ਕਰਾਂਗੇ 10,000 ਤੇ ਕਿੰਨਾ ਆ ਜਾਊਗਾ 5,000, ਤਾਂ 5,000 + 1 ਵੋਟ ਜਾਣੀ ਕਿ 5,001 ਜਾਣੀ ਕਿ ਉਹਨੂੰ ਚਾਹੀਦੇ ਆ ਵੋਟਾਂ ਰਾਸ਼ਟਰਪਤੀ ਬਣਨ ਵਾਸਤੇ। ਇਹ ਇਹਨੂੰ ਕਹਿੰਦੇ ਆ ਕੋਟਾ। ਤਾਂ ਕੋਟੇ ਦਾ ਫਾਰਮੂਲਾ ਯਾਦ ਰੱਖਣਾ ਇੰਪੋਰਟੈਂਟ, ਤੁਹਾਨੂੰ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਇੱਥੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਵੀ ਦੱਸ ਦਿੰਦਾ, ਕਿਹੜੀ ਵੀ ਜਿਹੜਾ ਰਾਸ਼ਟਰਪਤੀ ਹੈ ਕੀ ਉਹ ਆਪਾਂ ਵੀ ਰਾਸ਼ਟਰਪਤੀ ਬਣ ਸਕਦੇ ਹਾਂ, ਠੀਕ ਹੈ। ਕੀ ਆਪਾਂ ਰਾਸ਼ਟਰਪਤੀ ਬਣ ਸਕਦੇ ਹਾਂ? ਵੀ ਮੇਰੇ ਕੋਲ ਆਪਾਂ ਜਿਹੜੀ ਆਪਾਂ ਇੱਥੇ ਕੁਆਲੀਫਿਕੇਸ਼ਨ ਦੀ ਗੱਲ ਕੀਤੀ, ਆਪਾਂ ਦੁਬਾਰਾ ਸਲਾਈਡ ਦੇਖਦੇ ਹਾਂ। ਹੁਣ ਦੇਖੋ ਆਪਾਂ ਇੱਥੇ ਕੁਆਲੀਫਿਕੇਸ਼ਨ ਦੀ ਗੱਲ ਕੀਤੀ ਸੀ, ਤਾਂ ਸਿਟੀਜ਼ਨ ਆਫ ਇੰਡੀਆ ਹੋਣਾ ਚਾਹੀਦਾ ਜੀ, 35 ਸਾਲ ਵੀ ਹੋਣਾ ਚਾਹੀਦੀ ਹੈ ਜੀ, ਲੋਕ ਸਭਾ ਮੈਂਬਰ ਵੀ ਹੋਣਾ ਚਾਹੀਦਾ, ਕਿਸੇ ਵੀ ਆਫਿਸ ਤੋਂ ਪ੍ਰੋਫਿਟ ਨਹੀਂ ਲੈ ਸਕਦਾ ਵੀ ਹੋਣਾ ਚਾਹੀਦਾ, ਠੀਕ ਹੈ। ਕੀ ਆਪਾਂ ਆਮ ਬੰਦਾ ਵੀ ਰਾਸ਼ਟਰਪਤੀ ਦੇ ਚੁਣਾਵ ਲੜ ਸਕਦਾ? ਆਨਸਰ ਉਹ ਨਹੀਂ। ਕਿਉਂ? ਕਿਉਂਕਿ ਰਾਸ਼ਟਰਪਤੀ ਬਣਨ ਵਾਸਤੇ, ਠੀਕ ਹੈ, ਕਿਉਂਕਿ ਰਾਸ਼ਟਰਪਤੀ ਬਣਨ ਵਾਸਤੇ ਤਕਰੀਬਨ 50 ਬੰਦਿਆਂ ਦੀ ਸਹਿਮਤੀ ਚਾਹੀਦੀ ਹੈ, ਠੀਕ ਹੈ। ਜਾਣੀ ਕਿ ਮੈਂ ਇੱਥੇ ਲਿਖ ਦੇਣਾ 50 ਬੰਦੇ ਤਾਂ ਕੀ ਚਾਹੀਦੇ ਆ ਜਿਹੜੇ ਨੋਮੀਨੇਟ ਕਰਨ, ਹਾਂ ਭਾਈ ਆਹ ਬੰਦਾ ਵਧੀਆ, ਠੀਕ ਹੈ। 50 ਬੰਦੇ ਕੀ ਹੈ ਨੋਮੀਨੇਟ ਕਰਨ ਵੀ ਹਾਂ ਯਾਰ ਆਹ ਬੰਦੇ ਨੂੰ ਆਪਾਂ ਰਾਸ਼ਟਰਪਤੀ ਬਣਾਉਣਾ ਹੈ, ਜਾਣੀ ਕਿ 50 ਬੰਦੇ ਉਹਦਾ ਪ੍ਰਸਤਾਵ ਰੱਖਣ ਤੇ 50 ਬੰਦੇ ਹਾਮੀ ਭਰਨ, ਠੀਕ ਹੈ, ਦੋਨੇ ਹੈ, ਠੀਕ ਹੈ। 50 ਬੰਦੇ ਕੀ ਕਰਨ ਉਹਨੂੰ ਨੋਮੀਨੇਟ ਕਰਨ ਤੇ 50 ਬੰਦੇ ਕੀ ਕਰਨ ਉਹਨੂੰ ਹਾਮੀ ਭਰਨ, ਤਾਂ ਟੋਟਲ 100 ਮੈਂਬਰ ਜਦੋਂ ਇਹ ਚੀਜ਼ਾਂ ਨੂੰ ਕਹਿੰਦਾ ਵੀ ਹਾਂ ਯਾਰ ਆਹ ਬੰਦਾ ਰੱਖਣਾ, ਤਾਂ ਜਾ ਕੇ ਬੰਦਾ ਸ਼ਾਮਿਲ ਹੁੰਦਾ ਰਾਸ਼ਟਰਪਤੀ ਦੀ ਵੋਟਾਂ 'ਚ, ਠੀਕ ਹੈ। ਵੈਸੇ ਤਾਂ ਹੁਣ ਤੁਸੀਂ ਆਪ ਹੀ ਸੋਚ ਲਓ 50 MP ਜਾਂ MLA ਹੋਣੇ, 50 MP ਲਾਓ ਤੁਸੀਂ, MP ਹੁੰਦੇ ਜ਼ਿਆਦਾ, 50 MP ਕਿਸੇ ਬੰਦੇ ਦੇ ਅੰਡਰ ਹੋਣੇ, ਤਾਂ ਉਹ ਜਿਹੜਾ ਹਸਤੀ ਹੋਊਗੀ ਉਹ ਕੋਈ ਛੋਟੀ ਮੋਟੀ ਹਸਤੀ ਨਹੀਂ ਹੋਊਗੀ, ਉਹ ਬਹੁਤ ਵੱਡੀ ਹਸਤੀ ਹੋਊਗੀ ਜਿਹਦੇ ਅੰਡਰ 50 MLA ਜਾਂ 50 MP ਹੈ, ਠੀਕ ਹੈ। ਸਮਝ ਲੱਗ ਗਈ ਨਾ ਮੇਰੀ ਗੱਲ? ਤਾਂ ਆਮ ਬੰਦਾ ਵੋਟਾਂ 'ਚ ਸ਼ਾਮਿਲ ਨਹੀਂ ਹੋ ਸਕਦਾ, ਇਹ ਨੋਮੀਨੇਟ ਹੁੰਦੇ। ਨੋਮੀਨੇਟ ਕਿਸ ਤਰੀਕੇ ਨਾਲ ਹੁੰਦੇ ਮੈਂ ਤੁਹਾਨੂੰ ਦੱਸਿਆ, 50 ਬੰਦੇ ਤਾਂ ਹੋਣਗੇ ਜਿਹੜੇ ਪ੍ਰਸਤਾਵ ਰੱਖਣਗੇ ਵੀ ਹਾਂ ਜਾਂ ਸਾਨੂੰ ਆਹ ਬੰਦਾ ਚਾਹੀਦਾ, ਠੀਕ ਹੈ, ਇਹਨੂੰ ਆਪਾਂ ਜਿਤਾਈਏ, ਤੇ 50 ਬੰਦੇ ਉਹਦੀ ਹਾਮੀ ਭਰਨਦੇ ਹੋਣ, ਤਾਂ 100 ਬੰਦਾ ਤਕਰੀਬਨ ਚਾਹੀਦਾ, ਫੇਰ ਜਾ ਕੇ ਕਿਤੇ ਹੋਊਗੀ ਇਹ ਨੋਮੀਨੇਟ ਹੋ ਸਕਦਾ ਰਾਸ਼ਟਰਪਤੀ ਦੀ ਚੁਣਾਵ ਵਾਸਤੇ। ਸਮਝ ਲੱਗ ਗਈ ਨਾ ਗੱਲ? ਤੇ ਉਸ ਤੋਂ ਬਾਅਦ ਇੱਕ ਗੱਲ ਹੋਰ ਇੱਥੇ ਯਾਦ ਰੱਖਣੀ ਹੈ, ਕਿਹੜੀ ਵੀ ਰਾਸ਼ਟਰਪਤੀ ਦੀ ਚੁਣਾਵ ਦਾ ਪ੍ਰੋਸੈਸ ਸ਼ੁਰੂ ਹੁੰਦਾ, ਠੀਕ ਹੈ, ਤਾਂ ਉਹਨਾਂ ਨੂੰ RBI ਦੇ ਵਿੱਚ 15,000 ਰੁਪਏ ਜਮ੍ਹਾਂ ਕਰਾਉਣਾ ਪੈਂਦਾ, ਠੀਕ ਹੈ। RBI ਦੇ ਵਿੱਚ ਇਲੈਕਸ਼ਨ ਵੇਲੇ ਕੀ ਹੈ 15,000 ਰੁਪਇਆ ਜਮ੍ਹਾਂ ਕਰਾਉਣਾ ਪੈਂਦਾ। ਇਹ 15,000 ਕੀ ਹੁੰਦਾ? ਇਹ ਹੁੰਦੀ ਹੈ ਸਿਕਿਉਰਿਟੀ। ਇਹ ਹੁਣ ਸਿਕਿਉਰਿਟੀ ਕੀ ਹੁੰਦੀ ਹੈ ਇਹ ਵੀ ਤੁਹਾਨੂੰ ਇੱਥੇ ਦੱਸ ਹੀ ਦੇਵਾਂ। ਪਹਿਲਾਂ ਦੇਖੋ ਆਪਾਂ ਨੂੰ ਪਤਾ ਲੱਗ ਗਿਆ ਵੀ 100 ਬੰਦਿਆਂ ਦੀ ਸਹਿਮਤੀ ਤੋਂ ਬਾਅਦ ਇੱਕ ਬੰਦਾ ਭਾਈ ਵੋਟ ਪਾਉਣ ਗਿਆ ਰਾਸ਼ਟਰਪਤੀ ਦੀ, ਚਲੋ ਜੀ ਬੰਦਾ ਖੜਾ ਹੋ ਗਿਆ, ਠੀਕ ਹੈ। ਹੁਣ ਕੀ ਹੋਇਆ, ਜੇ ਇਸ ਪਰਸਨ ਨੂੰ ਮੰਨ ਲਓ ਇਹਦਾ ਨਾਮ ਕੁਛ ਵੀ ਲਾ ਲਓ, ਮੰਨ ਲਓ ਇਹਦਾ ਬੰਦਾ ਦਾ ਨਾਮ ਸੀਗਾ ਰਾਮ, ਮੰਨ ਲਓ ਰਾਮ ਨੂੰ ਸਿਲੈਕਟ ਕਰ ਲਏ ਭਾਈ ਤੂੰ ਚੋਣਾਂ 'ਚ ਖੜਾ ਹੋ ਜਾ, 15,000 ਭਰ ਕੇ ਆ ਜਾ, ਭੱਜ ਕੇ ਜਾ, ਠੀਕ ਹੈ, ਭਰਿਆ ਭਾਈ ਪੈਸੇ। ਪਰ ਜੇ ਇਹਨੂੰ ਟੋਟਲ ਵੈਲਿਡ ਵੋਟਸ ਦਾ, ਮੈਂ ਇੱਥੇ ਲਿਖ ਦੇਣਾ, ਜੇ ਇਹਨੂੰ ਟੋਟਲ ਵੈਲਿਡ ਵੋਟਸ ਦਾ 1/6ਵਾਂ ਹਿੱਸਾ ਵੋਟ ਵੀ ਨਹੀਂ ਪੈਂਦੀ, ਠੀਕ ਹੈ। ਮੈਂ ਦੁਬਾਰਾ ਬੋਲ ਦੇਣਾ, ਟੋਟਲ ਜਿੰਨੇ ਵੀ ਵੈਲਿਡ ਵੋਟਸ ਹੈਗੇ ਆ, ਠੀਕ ਹੈ, ਉਹਨਾਂ ਦਾ 1/6ਵਾਂ ਹਿੱਸਾ ਵੀ ਵੋਟ ਨੂੰ ਨਹੀਂ ਪੈਂਦੀ, ਤਾਂ ਸਾਰੇ ਦੇ ਸਾਰੇ ਪੈਸੇ ਉਹਦੇ RBI ਕੀ ਕਰ ਲੂਗਾ, ਜ਼ਬਤ ਕਰ ਲੂਗਾ, ਯਾਨੀ ਕਿ ਸਿੱਧਾ RBI ਦੇ ਪ੍ਰੋਫਿਟ 'ਚ ਚਲੇ ਜਾਣਗੇ, ਠੀਕ ਹੈ। ਜੇ ਉਹਨੂੰ ਇਹ ਤੋਂ ਵੱਧ ਪੈਂਦੀ ਹੈ ਤਾਂ ਇਹ ਉਹਦੇ ਫਿਰ ਸਿਕਿਉਰਿਟੀ ਹੈ, ਉਹ ਜਾਂਦਾ ਭਾਈ ਸਿਕਿਉਰਿਟੀ ਮਿਲਾ ਕੇ ਲੈ ਕੇ ਜਾ ਸਕਦਾ। ਸਮਝ ਲੱਗ ਗਈ ਨਾ ਮੇਰੀ ਗੱਲ? ਤਾਂ ਆਹ ਚੀਜ਼ ਯਾਦ ਰੱਖਣੀ, 1/6 ਹੋਣੀਆਂ ਚਾਹੀਦੀਆਂ ਵੋਟਾਂ ਜ਼ਰੂਰੀ ਹੈ, ਯਾਨੀ ਕਿ ਮਿਨੀਮਮ ਵੋਟਾਂ ਉਹਨੂੰ ਜ਼ਰੂਰੀ ਹੈ ਰਾਸ਼ਟਰਪਤੀ ਵਾਸਤੇ, ਠੀਕ ਹੈ। ਅੱਗੇ ਹੁਣ ਆਪਾਂ ਦੇਖਦੇ ਇਲੈਕਸ਼ਨ ਪ੍ਰੋਸੈਸ ਕਿਵੇਂ। ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ, ਇਹਨੂੰ ਕੀ ਕਹਿੰਦੇ ਆਪਾਂ, ਸਿੰਗਲ ਟਰਾਂਸਫਰੇਬਲ ਵੋਟ ਕਹਿੰਦੇ ਹਾਂ। ਸਿੰਗਲ ਟਰਾਂਸਫਰੇਬਲ ਵੋਟ ਹੈ, ਕਾਹਦੇ 'ਤੇ ਹੁੰਦੀ ਹੈ? ਬੈਲਟ ਪੇਪਰ। ਬੈਲਟ ਪੇਪਰ ਕੀ ਹੁੰਦਾ ਜਿਹੜਾ ਮੈਂ ਇੱਥੇ ਬਣਾ ਰੱਖਿਆ, ਆਹ ਬੈਲਟ ਪੇਪਰ ਹੀ ਹੁੰਦਾ ਜੀ, ਇਸੇ ਤਰ੍ਹਾਂ ਮਿਲਦਾ ਸਾਰਿਆਂ ਨੂੰ, ਜਿਹੜੇ ਉੱਥੇ MLA MP ਬੈਠੇ ਆ ਉਹਨਾਂ ਨੂੰ ਸਾਰਿਆਂ ਨੂੰ ਇਸ ਤਰ੍ਹਾਂ ਹੀ ਪਰਚੀ ਮਿਲਦੀ ਹੈ, ਪਰਚੀ ਨੂੰ ਆਪਾਂ ਬੈਲਟ ਪੇਪਰ ਕਹਿੰਦੇ ਆ, ਇਸ ਤਰ੍ਹਾਂ ਦੀ ਬਣੀ ਹੁੰਦੀ ਹੈ,
ठीक है। तो स्पैशल एक कोटा होंगे, कोटा तो मैं वैसे दस ही दिता पिछले, आप इतने भी दोबारा देख लें, चलो कोई गल नहीं, इतने मैं लिख ही देना ताकि तुहानूं सौखा समझ लग जाए। मान लो आप तुहानूं मैं एग्जाम्पल दे के समझाऊँगा, मान लो टोटल वोटां आप कितनी है जी 5000, ठीक है। तो 5000 बटा 2 करांगे प्लस 1 करांगे, मैं पिछे पढ़िया सी ना फार्मूला कोटे का, तो कितना हो गया 2501 वोट चाहिए राष्ट्रपति नूं जितन वास्ते, ठीक है। 2501 वोट चाहिए राष्ट्रपति नूं बनने वास्ते। तो हुण आपां देखांगे भी ये सिंगल ट्रांसफरेबल वोटिंग की हुंदी है, की सिस्टम हुंदा है, किहड़े तरीके नाल जिहड़ी चुनाव होई हुंदी है राष्ट्रपति नूं। ध्यान नाल समझो की है। आ मैं 4 बंदे लिखते जी ਜਿਹੜੇ नॉमिनेट होके आए ਸੀਗੇ सरकार द्वारा ਜਾਂ MP MLA द्वारा, राम श्याम नेहा पप्पू, ठीक है। चलो दसो किहनूं जिताइए, ਆਪਾਂ किहनूं जिताइए दसो, चलो ਆਪਾਂ जिताउने जी पप्पू नूं जिताउने, चलो ठीक है। देखो ध्यान नाल समझो जी, ठीक है। मान लो ਜਿਹੜਾ राम ਸੀਗਾ, देखो ਪ੍ਰੈਫਰੈਂਸ ਦੇ ਆਧਾਰ ਤੇ ਵੋਟ ਪੈਂਦੀ, ਇਸ ਪਹਿਲੇ ਲਿਖਦਾ, ठीक है। ਪ੍ਰੈਫਰੈਂਸ ਦੇ ਆਧਾਰ ਤੇ ਵੋਟ ਪੈਂਦੀ ਹੈ, ठीक है। ये मैं तुहानूं हौली हौली समझाउणा की है, देखो ध्यान नाल। मान लो मेरे कोल पर्ची आई, आह बैलेट पेपर आया, 4 बंदे सीगे जिहड़े राष्ट्रपति दे चुनाव वास्ते खड़े हुए सी, 4 बंदिਆਂ ਨੂੰ मैं प्रैफरेंस देनी है। प्रैफरेंस किवें देनी है भी जी, जिहड़ा राम है मैं चाहुंदा ये दूजे नंबर ते राष्ट्रपति बने, यानी कि मेरी जिहड़ी पहली चॉइस है वो किहड़ी है, श्याम है, ठीक है। मेरी पहली प्रैफरेंस किहड़ी है राष्ट्रपति बनने वास्ते, बनवाउण वास्ते, श्याम है। दूसरी जिहड़ी है मेरा पसंदीदा कैंडीडेट वो किहड़ा है, राम है। तीसरी हैगी नेहा, ते चौथा हैगा पप्पू, ठीक है। मैं प्रैफरेंस देती, यानी कि मैं एक नूं वोट नहीं पाई, मैं पाई तो 4 नूं ही है, पर मैं प्रैफरेंस देती भी पहले तो श्याम बनूगा तो ठीक है, नहीं फिर राम बना दो, जे राम नहीं बनता तो नेहा बना दो, जे नेहा नहीं बनती तो भाई पप्पू तो बनाई दो, चलो ठीक है। तो इस तरह करके जिन्ने भी MLA MP वो सारे आपकी प्रैफरेंसा देंगे, समझ लगी गल, सारे की करते आपकी प्रैफरेंस देंगे। तो हुण आपां इत्थे टोटल ला लैंदे भी सारे ने प्रैफरेंस किवें किवें दित्ती। तो मान लो राम नूं जिहड़ियां वोटां पईआं टोटल कितनियां पईआं, 1300 वोटां पईआं। श्याम नूं टोटल वोटां कितनियां पै गईआं जी, 1000 वोटां पै गईआं, ठीक है। नेहा नूं टोटल वोटां कितनियां पईआं, 1200 वोटां पईआं, ठीक है। नेहा नूं कितनियां पै गईआं टोटल 1200 वोटां, ते जिहड़ा पप्पू जी रह गए इन्हां नूं वोटां पै गईआं 1500, यानी कि टोटल अपना 5000 हो गया, ठीक है। हुण जिहड़ा 1300 1000 1200 1500 ये मैं किस तरह लिखिਆ, ये मैं वो गिनती लिखी है जिन्हां विच उस परसन नूं पहली प्रैफरेंस मिली है, यानी कि राम नूं जिहड़ी पहली प्रैफरेंस मिली सी वो किन्ने जणिਆਂ ਨੂੰ ਦਿੱਤੀ है पहली प्रैफरेंस, 1300 जणिਆਂ ਨੂੰ। श्याम नूं पहली प्रैफरेंस मिली है 1000 बंदे तो, नेहा नूं प्रैफरेंस मिली है पहली 1200, तो 1500 प्रैफरेंस मिली है पप्पू नूं, ये पहली प्रैफरेंस है, ठीक है। समझ लगी ना गल। चलो जी हुण सिंगल ट्रांसफरेबल समझांगे आपां किवें। हुण देखो सब तो घट प्रैफरेंस किहनूं मिली है जी, श्याम नूं मिली है, सब तो घट प्रैफरेंस किहनूं मिली है, श्याम नूं। तो हुण देखो की हुंदा, ये तिन्ने कहणगे भी भाई तूं तां राष्ट्रपति बन नहीं सकदा, साडियां वोटां तेरे नालों वध है, तूं भाई चल बाहर, ठीक है, क्योंकि तेरियां वोटां घट है, तूं आपदियां वोटां की कर सानूं दे दे। हुण देखो आ जिहड़ियां 1000 वोटां सीगियां, तां 1000 नूं आपां जे 3 हिस्से 'च वंडांगे तां 333 333 ते 333 आउणगीਆਂ, ठीक है। सारिਆਂ ਦੇ ਕੋਲੇ किन्नियां वोटां आउणगीਆਂ, 333 333, ਤਾਂ ਸਾਰਿਆਂ 'ਚ 333 33 की है होर ऐड कर दो, ठीक है। ये मैं क्यों ऐड की है, क्योंकि जिहड़ी शाम नूं प्रैफरेंस मिली सी पहली मिली सी, पर शाम तो बाद किसी ना किसी ने तो प्रैफरेंस राम नूं भी दित्ती होगी, नेहा नूं भी दित्ती होगी, पप्पू नूं भी दित्ती होगी, प्रैफरेंस तो मिली सी ना। तो जिहड़ियां वोटां शाम को आईयां सी वो सारियां फिर तिन्नां 'च डिवाइड हो गई, ठीक है। हुण अगे हुण राम दी वोटां टोटल कितनियां हो गई, देखो आप उक्का बुक्का लिख लैंदे, ठीक है। टोटल कितनियां हो गई, 1600 हो गई। मैं देखो उक्का बुक्का लिखता, मैं 33 नहीं लिख रहा, ठीक है, उक्का बुक्का आप 300 ही ला के चलते हैं। राम दी वोटां कितनियां हो गई, 1600 हो गई जी। नेहा विचों 300 जोड़ो 1200 विच कितनियां हो जाणगीਆਂ 1500, तो पप्पू दी वोटां कितनियां हो गई टोटल 1800 हो गई सैकेंड टाइम, ठीक है। सैकेंड टाइम की गल की है। हुण देखो राम को 1600, ये 1500, ये 1800, ठीक है। हुण फिर इत्थे देखणगे आपस 'च इन्हां दा ਚੱਲੂਗਾ जी मुकाबला। इत्थे हुण की है भी नेहा घट गई जी, हाँ जी, नेहा जी नूं कहणगे भाई नेहा
तेरियां वोटां जिहड़ियां घट है, तू लगदा नहीं राष्ट्रपति बनेगी, चल बाहर। ठीक है, तो हुण जिहड़ियां 1500 वोटां देखो, ये 1500 वोटां किन्ना दो बंदे च वंडियां जाणगियां, राम ते पप्पू दे विच वंडियां जाणगियां। तो 1500 दा अद्ध किन्ना हो गया, 750, 750। ठीक है, चलो 700 ही ला के चलदे आपां। 1600 च 700 जोड़ो तो 1800 च आप 700 जोड़ते, आप 700 ही मान के चलते हैं। ठीक है, चलो 0 0 7 7 14 तक 15। ठीक है, फिर अगे 2 2500। ठीक है, ये कितना 0 0 6 6 12 तक 13। ठीक है, तो फिर आह 2 2300। देखो वैसे तो आप 750 बनता सी, अद 50 वोटां होर ला लो इत्थे, इहदियां बन गया 2350 वोटां, इहदियां बन गया 2550 वोटां। तो राष्ट्रपति बनने वास्ते आपनूं कोटा कितना चाहिए सीगा जी, 2501 चाहिए सी। बट अपने पप्पू जी नूं किन्नियां वोटां मिल गईयां, 2550 वोटां मिल गईयां। तो ये की बन गया, अपना राष्ट्रपति बन गया। तो ये प्रोसैस हुंदा है सिंगल ट्रांसफरेबल वोटिंग का। समझ लगी गल, बड़े ध्यान नाल समझो। जे तुहानूं नहीं समझ लग्या तो तुसीं बैक करके दोबारा समझो, तुहानूं समझ लग जाएगा। इहनूं कहंदे सिंगल ट्रांसफरेबल वोटिंग सिस्टम। ठीक है जी, सो नैक्सट अगे आपां हुण गल करांगे इहदी ओथ। देखो ओथ की हुंदी है जी, देखो हुण राष्ट्रपति बन गया। हुण राष्ट्रपति ये तो है नहीं भी भाई जे तू जित गया तो भाई चलो जी अगले दिन सुबह जाके कुर्सी पर बैठ जाओ राष्ट्रपति की, नहीं। तो उन्होंने क्या सौं चुकानी, जानी कि वो सौं चुकूगा। सौं कौन चुकाऊगा उन्होंने, चीफ जस्टिस ऑफ इंडिया। ठीक है, कौन चुकाऊगा सौं, हमेशा चीफ जस्टिस ऑफ इंडिया। जे चीफ जस्टिस ऑफ इंडिया नहीं हैगा तो सीनियर मोस्ट जज जिहड़ा सुप्रीम कोर्ट का होगा वो उन्होंने राष्ट्रपति नूं की चुकाऊगा, सौं चुकाऊगा। ठीक है, सैलरी बहुत ज़्यादा, तो कितनी है, 5 लाख रुपया। 5 लाख बहुत होंगे जी, 5 लाख महीने का। चलो 5 लाख तो हैगी है। दूसरी गल मेन नॉन टैक्सेबल है, यानी कि टैक्स नहीं कट्टिया जाता कोई भी, सीधी खाते 5 का 5 लाख सीधा खाते जाता है। ठीक है, 1 तरीक में सीधा कहते खाते च वाजदी है तनख्वाह, चलो जी। ठीक है, कोई टैक्स नहीं कट्टिया जाता। अगे फिर 5 साल वास्ते बंद है लगातार, यानी कि इत्थे की चीज़ इंपोर्टेंट है, फ्रॉम द डेट ऑन विच ही एंटर अपॉन हिज ऑफिस। यानी कि जदों आपदे ऑफिस च एंटर किया, मान लो आप देखा 25/7। ठीक है, मान लो चलो भी कोई भी आप साल लिखना 19 आया सी, तो 25/7 तो लैके 25/7 जो तक ये अगले 5 साल पूरे नहीं होंगे उन्ना चिर वो टर्म रहूगी। यानी कि जितने ज्वाइन किया ऑफिस के उदन तो ही ज्वाइनिंग होगी। ठीक है, ये टर्म है ऑफिस से। ठीक है, ये टर्म के एक चीज़ होर याद रखनी है, कि गल्लां याद रखनियां मैं इत्थे लिख देना विच ही। 5 साल तो आप देख ले भी 5 साल लगने पूरे, रब ना करे बाई चांस ओदी हो जाए डेथ। ठीक है, डेथ तो फिर की बनता, एक्टिंग प्रेजिडेंट बनाया जाता है। ठीक है, एक्टिंग प्रेजिडेंट बनाया जाता है। हुण जे इन्हें देखो ये टर्म की मैं गल कर रहा भी, जे टर्म 5 साल की तो हैगी है, बाकी है भी जानी कि 5 साल बाद तो आटोमैटिक वो रिमूव हो ही जाऊगा। पर जे वो बाई चांस मिस हैपनिंग हो के पहला भी कुछ इस तरह दिक्कत होती है उन्होंने, तो राष्ट्रपति की पोजीशन पहला छड्ड भी सकता है। ठीक है, देखो दूजा कारण की है, एमरजेंसी आप कह दिए सडन डेथ हो गई तो भी पोस्ट खाली हो जाऊ। तीजे नंबर पर की है, जे वो आप ही आप बेचारा क्या काया घर लड़ पिया हो है ना, वो रिजाइन दे दे। ठीक है, तीसरी टर्म की जो रिजाइन दे दे। ठीक है, चौथी फिर की है इंपीचमेंट। इंपीचमेंट ठीक है, इंपीचमेंट बड़ा वर्ड है, वो आप राष्ट्रपति वास्ते आप की है वो लाने। एक इंपीचमेंट की होंगे, एक तरह का फॉर्मल प्रोसैस है राष्ट्रपति को रिमूव करने का। ठीक है, फॉर्मल प्रोसैस है राष्ट्रपति को रिमूव करने का, यानी कि जी टर्म है वो पहली गल तो उन्हें पूरी करनी 5 साल। ठीक है, रब ना करे डेथ हो गई तो आप की कह सकते भाई चलो छुट्टी हो जाऊगी। जे रिजाइन जे वो चाहे मैं खुद छड्डना चाहना राष्ट्रपति का पौधा तो वह रिजाइन दे सकता, किनू देगा जी, वाइस प्रेजिडेंट को देगा। ठीक है, यदा भी अड प्रोसैस है। जे वह रिजाइन भी ना देना चाहता हो, भगौड़ा बन जाए, जानी कि वह कोई घबले च फस जाए। ठीक है, तो फिर की होंगी है, वो इंपीचमेंट शुरू होंगी है। इंपीचमेंट प्रोसैस की होंगे, फॉर्मल प्रोसैस होंगे। फॉर्मल जो प्रोसैस होंगे
ਇਹ ਜਿਹੜਾ ਪ੍ਰੋਸੈਸ ਹੈ ਇਹ ਪਾਰਲੀਮੈਂਟ ਥਰੂ ਹੁੰਦਾ, ਤਾਂ ਹੀ ਆਪਾਂ ਇੰਪੀਚਮੈਂਟ ਵਰਡ ਯੂਜ਼ ਕਰਦੇ, ਠੀਕ ਹੈ। ਯਾਨੀ ਕਿ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਅੱਡ ਮੈਜੋਰਟੀ ਬਣੂਗੀ ਤਾਂ ਜਾ ਕੇ ਕੀ ਹੈ ਇੰਪੀਚਮੈਂਟ ਹੋਊਗਾ। ਆਪਾਂ ਅੱਗੇ ਪੜਾਂਗੇ ਇੰਪੀਚਮੈਂਟ, ਕੋਈ ਗੱਲ ਨਹੀਂ, ਸਮਝ ਲੱਗ ਗਈ ਜੀ ਗੱਲ। ਅੱਗੇ ਇੱਥੇ ਗੱਲ ਯਾਦ ਰੱਖਣੀ ਹੈ ਬਸ ਲਾਸਟ ਇਹ ਵੀ ਜੇ ਰਾਸ਼ਟਰਪਤੀ ਇਹਨਾਂ 4 ਤਰੀਕਿਆਂ ਰਾਹੀਂ ਜੇ ਉਹਦੀ ਟਰਮ ਖਤਮ ਹੁੰਦੀ ਹੈ, ਇਹਨਾਂ 4 ਤਰੀਕਿਆਂ ਤੋਂ ਕੋਈ ਵੀ ਟਰਮ ਖਤਮ ਹੁੰਦੀ ਹੈ ਤਾਂ ਜਿਹੜਾ ਵੀ ਐਕਟਿੰਗ ਪ੍ਰੈਜ਼ੀਡੈਂਟ ਬਣੂਗਾ ਉਹਨੂੰ ਸਿਰਫ ਤੇ ਸਿਰਫ 6 ਮਹੀਨੇ ਤੱਕ ਹੀ ਬਣਾ ਸਕਦੇ, ਠੀਕ ਹੈ। ਸਿਰਫ ਤੇ ਸਿਰਫ ਉਹ ਐਕਟਿੰਗ ਜਿਹੜਾ ਪ੍ਰੈਜ਼ੀਡੈਂਟ ਬਣਿਆ ਰਹੂਗਾ ਉਹ ਮੈਕਸਿਮਮ ਕਿੰਨਾ ਬਣਾਊਗਾ 6 ਮਹੀਨੇ ਤੱਕ ਬਣਿਆ ਰਹੂਗਾ, ਠੀਕ ਹੈ। ਜਾਣੀ ਕਿ ਜਿਹੜਾ ਵੋਟਾਂ ਦਾ ਪ੍ਰੋਸੈਸ ਆ ਉਹ ਕੀ ਕਰਦੇ ਆ 6 ਮਹੀਨਿਆਂ ਦੇ ਅੰਦਰ ਅੰਦਰ ਪੂਰਾ ਕਰਦੇ ਆ ਤਾਂ ਕਿ ਪਰਮਾਨੈਂਟ ਪ੍ਰੈਜ਼ੀਡੈਂਟ ਕੀ ਹੈ ਬਣ ਜੇ, ਸਮਝ ਲੱਗ ਗੱਲ। ਤਾਂ ਵੈਸੇ ਜਦੋਂ ਵੀ ਕੋਈ ਜੁਆਇਨ ਕਰਦਾ ਰਾਸ਼ਟਰਪਤੀ ਤਾਂ ਉਹ ਆਪਦੇ 5 ਸਾਲ ਪੂਰੇ ਹੋਣ ਤੋਂ ਪਹਿਲਾਂ ਵੋਟਾਂ ਕਰਾ ਕੇ ਜਾਂਦਾ, ਵੈਸੇ ਤਾਂ ਹੀ ਹੁੰਦਾ, ਠੀਕ ਹੈ। ਜਦੋਂ ਵੀ ਉਹਦਾ ਟਰਮ ਖਤਮ ਹੋਣ ਵਾਲੀ ਹੁੰਦੀ ਹੈ ਤਾਂ ਮਹੀਨਾ 2 ਮਹੀਨਾ ਪਹਿਲਾਂ ਕੀ ਉਹ ਵੋਟਾਂ ਦਾ ਕੰਮ ਨਿਬੇੜ ਦਿੰਦੇ, ਠੀਕ ਹੈ, ਵੀ ਤਾਂ ਕਿ ਤੁਹਾਨੂੰ ਐਕਟਿੰਗ ਪ੍ਰੈਜ਼ੀਡੈਂਟ ਰੱਖਣ ਦੀ ਲੋੜ ਨਾ ਪਵੇ, ਸਮਝ ਲੱਗ ਗਈ ਨਾ ਗੱਲ। ਤਾਂ ਆਹ ਸਾਰੀ ਸੀਗੀ ਇਹਦੀ ਟਰਮ। ਹੁਣ ਅੱਗੇ ਨੈਕਸਟ ਆ ਗਈ ਜੀ ਇਹਦੀ ਇੰਪੀਚਮੈਂਟ। ਇੰਪੀਚਮੈਂਟ ਮੋਸਟ ਇੰਪੋਰਟੈਂਟ ਪਾਰਟ ਹੈ ਜੀ ਆਪਣੇ ਰਾਸ਼ਟਰਪਤੀ ਦਾ, ਠੀਕ ਹੈ। ਇੰਪੀਚਮੈਂਟ ਜਿਹੜੀ ਹੈ ਦੇਖੋ ਆਪਾਂ ਇੱਥੇ ਕਿਵੇਂ ਦੇਖਣਾ ਹੈ। ਦੇਖੋ ਇੰਪੀਚਮੈਂਟ ਪਹਿਲੀ ਗੱਲ ਤਾਂ ਇਹ ਵੀ ਕਿਹੜੇ ਸਦਨ ਤੋਂ ਸ਼ੁਰੂ ਹੁੰਦੀ ਹੈ, ਆਪਾਂ ਨੂੰ ਕੁਐਸਚਨ ਆਊਗਾ ਇੰਪੀਚਮੈਂਟ ਜਿਹੜੀ ਰਾਸ਼ਟਰਪਤੀ ਹੈ ਉਹ ਕਿਹੜੇ ਸਦਨ ਦੇ ਵਿੱਚ ਸ਼ੁਰੂ ਹੁੰਦੀ ਹੈ। ਆਪਣੇ ਕੋਲ 2 ਹੀ ਸਦਨ ਹੁੰਦੇ ਆ, ਇੱਕ ਹੁੰਦੀ ਹੈ ਲੋਕ ਸਭਾ ਹੁੰਦੀ ਹੈ, ਇੱਕ ਹੁੰਦੀ ਹੈ ਰਾਜ ਸਭਾ ਹੁੰਦੀ ਹੈ, ਠੀਕ ਹੈ। ਲੋਕ ਸਭਾ ਹੁੰਦੀ ਹੈ ਤੇ ਰਾਜ ਸਭਾ। ਇੱਥੇ ਮੈਂ ਲਿਖਿਆ ਦੇਖੋ ਸਟਾਰਟ ਇਨ ਆਈਦਰ ਹਾਊਸ, ਚਾਹੇ ਲੋਕ ਸਭਾ 'ਚ ਸ਼ੁਰੂ ਹੋ ਜੇ ਚਾਹੇ ਰਾਜ ਸਭਾ ਦੇ ਵਿੱਚ ਸ਼ੁਰੂ ਹੋ ਜੇ। ਤਾਂ ਇਸ ਦੇ ਵਿੱਚ ਕੀ ਹੈ 2 ਤਰ੍ਹਾਂ ਦੇ ਮੋਸ਼ਨ ਬਣਦੇ, ਜਾਣੀ ਕਿ 2 ਤਰ੍ਹਾਂ ਦੇ ਹਾਊਸ ਹੈ, 2 ਤਰ੍ਹਾਂ ਦੇ ਕੀ ਪ੍ਰੋਸੈਸ ਚੱਲਦੇ ਆ। ਕਿਹੜਾ ਇੱਕ ਤਾਂ ਪ੍ਰੋਸੈਸ ਹੁੰਦਾ ਚਾਰਜਿੰਗ ਪ੍ਰੋਸੈਸ, ਇੱਕ ਹੁੰਦਾ ਇਨਵੈਸਟੀਗੇਸ਼ਨ ਪ੍ਰੋਸੈਸ। ਮੰਨ ਲਓ ਲੋਕ ਸਭਾ ਦੇ ਵਿੱਚ ਇੰਪੀਚਮੈਂਟ ਸ਼ੁਰੂ ਹੋਈ ਹੈ, ਠੀਕ ਹੈ, ਤਾਂ ਉਸ ਲੋਕ ਸਭਾ ਦੇ ਵਿੱਚ ਆਪਾਂ ਨੂੰ ਕੀ ਕਹਾਂਗੇ ਚਾਰਜਿੰਗ ਮੋਸ਼ਨ ਐਡ ਹੋ ਗਿਆ ਰਾਸ਼ਟਰਪਤੀ ਵਾਸਤੇ। ਜੇ ਦੂਸਰੇ ਸਦਨ 'ਚ ਜਾਊਗਾ ਉਹ ਬਿੱਲ ਤਾਂ ਫਿਰ ਉੱਥੇ ਉਹ ਕੀ ਕਰਨਗੇ ਉਹਨੂੰ ਇਨਵੈਸਟੀਗੇਟ ਕਰਨਗੇ, ਠੀਕ ਹੈ। ਤਾਂ 2 ਚੀਜ਼ਾਂ ਹੁੰਦੀਆਂ, ਚਾਰਜਿੰਗ ਮੋਸ਼ਨ ਹੁੰਦਾ ਅਲੱਗ, ਠੀਕ ਹੈ, ਪਹਿਲੇ ਸਦਨ ਦੇ ਵਿੱਚ, ਦੂਸਰਾ ਹੁੰਦਾ ਇਨਵੈਸਟੀਗੇਟਡ ਹਾਊਸ, ਤੇ ਕਿਹੜੇ ਵੀ ਸਦਨ ਤੋਂ ਸ਼ੁਰੂ ਹੋ ਸਕਦੀ ਹੈ। ਤਾਂ ਮੈਂ ਡਾਇਗਰਾਮ ਇੱਥੇ ਲਾ ਰੱਖੀ, ਬਹੁਤ ਇੰਪੋਰਟੈਂਟ ਵਧੀਆ ਡਾਇਗਰਾਮ ਹੈ। ਮੰਨ ਲਓ ਲੋਕ ਸਭਾ ਦੇ ਵਿੱਚ ਇਨੀਸ਼ੀਏਟ ਹੋ ਗਿਆ ਬਿੱਲ, ਉਹਦਾ ਇੰਪੀਚਮੈਂਟ ਦਾ ਚਾਰਜ ਸ਼ੁਰੂ ਹੋ ਗਿਆ, ਠੀਕ ਹੈ, ਚਾਰਜ ਮੋਸ਼ਨ ਲੱਗ ਗਿਆ। ਤਾਂ ਇਹਦੇ ਵਿੱਚ ਕੀ ਹੋਊਗਾ ਜੇ 1/4 ਮੈਂਬਰ ਇਸ ਚਾਰਜਿੰਗ ਮੋਸ਼ਨ ਤੇ ਆਪਦੇ ਘੁੱਗੀ ਮਾਰਨਗੇ, ਜਾਣੀ ਕਿ ਸਾਈਨ ਕਰਨਗੇ, ਠੀਕ ਹੈ, ਤਾਂ ਇੰਪੀਚਮੈਂਟ ਪ੍ਰੋਸੈਸ ਸ਼ੁਰੂ ਹੋਊਗਾ। ਪਰ 14 ਦਿਨਾਂ ਦਾ ਐਡਵਾਂਸ ਨੋਟਿਸ ਦੇਣਾ ਪਊਗਾ। ਇਹ ਵੀ ਗੱਲ ਯਾਦ ਰੱਖਣੀ ਹੈ, ਕਿਉਂ ਦੇਣਾ ਪਊਗਾ ਕਿਉਂਕਿ ਰਾਸ਼ਟਰਪਤੀ ਨੂੰ ਪਹਿਲਾਂ ਦੱਸਣਾ ਜ਼ਰੂਰੀ ਹੈ, ਕਿਉਂਕਿ ਵੱਡਾ ਬੰਦਾ ਉਹ ਪਹਿਲੀ ਪੋਜੀਸ਼ਨ ਹੈ ਉਹਦੀ, ਉਹਨੂੰ ਰਿਸਪੈਕਟ ਦੇਣ ਵਾਸਤੇ ਕਹਿਣਾ ਪਊਗਾ ਭਾਈ ਤੇਰੀ ਇੰਪੀਚਮੈਂਟ ਅਸੀਂ ਸ਼ੁਰੂ ਕਰਤੀ ਹੈ, ਜਿਹੜਾ ਤੂੰ ਸਾਜੋ ਸਮਾਨ ਨਾਲ ਲੈ ਕੇ ਆਇਆ ਸੀ ਉਹਨੂੰ ਕੀ ਕਰ ਲਾ ਪੈਕ ਕਰ ਲਾ, ਤੇ ਤੇਰੇ ਕੋਲ 14 ਦਿਨਾਂ ਦਾ ਸਮਾਂ ਹੈਗਾ, ਠੀਕ ਹੈ, ਸਮਝ ਲੱਗ ਗਈ ਗੱਲ। ਜਾਣੀ ਕਿ ਇਹ 14 ਦਿਨਾਂ ਦਾ ਨੋਟਿਸ ਦੇਣਾ ਪਊਗਾ ਤਾਂ ਜਾ ਕੇ ਜਿਹੜਾ ਇਹ ਪ੍ਰੋਸੈਸ ਸ਼ੁਰੂ ਹੋ ਸਕਦਾ, ਠੀਕ ਹੈ। ਅੱਗੇ ਹੁਣ ਲੋਕ ਸਭਾ ਦੇ ਆਪਾਂ ਗੱਲ ਕਰ ਲਈ, ਇੱਕ ਜਿਹੜਾ ਚੌਥੇ ਜਿਹੜੇ ਮੈਂਬਰ ਹੈ, ਮੰਨ 1/4 ਮੈਂਬਰ ਹੈ, ਉਹ ਜੇ ਸਾਈਨ ਕਰਨਗੇ, ਮੰਨ ਲਓ 100 ਬੰਦੇ 100 ਵਿੱਚੋਂ 25 ਬੰਦੇ ਜੇ ਹਾਮੀ ਭਰਨਗੇ ਸਾਈਨ ਕਰਨਗੇ, ਹਾਂ ਫਿਰ ਇਹਦਾ ਮਤਾ ਜਿਹੜਾ ਉਹ ਚੱਲੂਗਾ ਅੱਗੇ ਪ੍ਰੋਸੈਸ। ਹੁਣ ਲੋਕ ਸਭਾ, ਠੀਕ ਹੈ, ਇੰਪੀਚਮੈਂਟ ਜਿਹੜਾ ਚਾਰਜ ਹੈ ਉਹਨੂੰ ਪਾਸ ਕਦੋਂ ਕਰਨਗੇ ਜਦੋਂ 2/3 ਮੈਜੋਰਟੀ ਹੋਊਗੀ, 2/3 ਮੈਜੋਰਟੀ, ਜਾਣੀ ਕਿ ਜੇ 2/3 ਮੈਜੋਰਟੀ ਲੋਕ ਸਭਾ 'ਚ ਉਹਨੂੰ ਮਿਲ ਗਈ ਉਸ ਬਿੱਲ ਦੇ ਰਿਗਾਰਡਿੰਗ, ਤਾਂ ਫਿਰ ਤੀਜੇ ਨੰਬਰ 'ਤੇ ਕਿਹਨੂੰ ਭੇਜਦੇ ਆ ਇਹ ਦੂਸਰੇ ਸਦਨ 'ਚ ਭੇਜਦੇ ਆ, ਜਾਣੀ ਕਿ ਰਾਜ ਸਭਾ ਦੇ ਵਿੱਚ ਭੇਜਦੇ ਆ। ਤਾਂ ਰਾਜ ਸਭਾ ਵਾਲੇ ਇਹਨੂੰ ਕੀ ਕਰਦੇ ਆ ਫਿਰ ਇਨਵੈਸਟੀਗੇਟ ਕਰਦੇ ਆ, ਇਨਵੈਸਟੀਗੇਟ ਚਾਰਜ ਲੱਗਦਾ। ਤਾਂ ਇਨਵੈਸਟੀਗੇਟ ਚਾਰਜ ਦੇ ਵਿੱਚ ਵੀ ਕਿੰਨੀ ਮੈਜੋਰਟੀ ਚਾਹੀਦੀ ਹੈ 2/3 ਮੈਜੋਰਟੀ ਚਾਹੀਦੀ ਹੈ, ਠੀਕ ਹੈ। ਮੈਂ ਇੱਥੇ ਲਿਖ ਰੱਖਿਆ ਮੈਜੋਰਟੀ ਆਫ 2/3 ਆਫ ਦੀ ਟੋਟਲ ਮੈਂਬਰਸ਼ਿਪ ਆਫ ਦੀ ਹਾਊਸ। ਤਾਂ ਹੁਣ ਇੱਥੇ ਦੇਖੋ ਗੱਲ ਧਿਆਨ ਰੱਖਣੀ ਹੈ, ਰਾਈਟ ਦੂਸਰੇ ਸਦਨ ਦੇ ਵਿੱਚ ਉਹਨੂੰ ਉੱਥੇ ਪਹੁੰਚਣ ਦਾ ਵੀ ਅਧਿਕਾਰ ਹੁੰਦਾ ਹੈ, ਠੀਕ ਹੈ। ਜਿਹੜੀਆਂ ਉਹਦੇ 'ਤੇ ਇਲਜ਼ਾਮ ਲੱਗ ਰਹੇ ਆ ਉਹਨੂੰ ਚੰਗੀ ਤਰ੍ਹਾਂ ਉਹ ਆਪਦੇ ਇਲਜ਼ਾਮ ਸੁਣ ਸਕਦਾ, ਜਾ ਕੇ ਉੱਥੇ ਦੇਖ ਸਕਦਾ, ਆਪਦੀ ਬੇਇੱਜ਼ਤੀ ਚੰਗੀ ਤਰ੍ਹਾਂ ਕਰਵਾ ਸਕਦਾ। ਉੱਥੇ ਦੇਖੋ ਇੱਥੇ ਲਿਖਿਆ ਹੋਇਆ ਰਾਈਟ ਟੂ ਪੀਅਰ, ਠੀਕ ਹੈ, ਪਤਾ ਲੱਗ ਗਿਆ। ਪਹਿਲੇ ਸਦਨ ਦੇ ਵਿੱਚ ਪਹਿਲਾਂ ਚਾਹੀਦੀ ਇੱਕ 1/4 ਮੈਜੋਰਟੀ ਸਾਈਨ ਚਾਹੀਦੀ ਹੈ, ਫਿਰ 2/3 ਮੈਜੋਰਟੀ ਚਾਹੀਦੀ ਹੈ। ਜਦ 2/3 ਮੈਜੋਰਟੀ ਵਾਲੇ ਸਾਈਨ ਕਰਕੇ ਦੂਜੇ ਸਦਨ 'ਚ ਭੇਜਦੇ ਆ ਤਾਂ ਰਾਜ ਸਭਾ ਦੇ ਵਿੱਚ ਵੀ 2/3 ਮੈਜੋਰਟੀ ਚਾਹੀਦੀ ਹੈ ਉਸ ਬਿੱਲ ਨੂੰ ਪਾਸ ਕਰਨ ਵਾਸਤੇ। ਤੇ ਜੇ ਉੱਥੇ ਸਾਈਨ ਕਰਤੇ ਫਿਰ ਤਾਂ ਟਾਟਾ ਬਾਏ ਬਾਏ ਹੋ ਜੂਗੀ ਆਪਣੇ ਰਾਸ਼ਟਰਪਤੀ ਦੀ, ਸਮਝ ਲੱਗ ਗਈ ਗੱਲ।
ਇਹ ਸੀਗਾ ਇੰਪੀਚਮੈਂਟ ਪ੍ਰੋਸੈਸ, ਇਹ ਤਰ੍ਹਾਂ ਇੰਪੀਚਮੈਂਟ ਪ੍ਰੋਸੈਸ ਹੈ। ਨੈਕਸਟ ਫਿਰ ਅੱਗੇ ਆਉਂਦਾ ਜੀ ਆਪਣਾ ਇਹਦੀਆਂ ਪਾਵਰਸ ਕਿੰਨੀਆਂ। ਦੇਖੋ ਪਾਵਰਸ ਵਾਸਤੇ ਆਪਾਂ ਵੀਡੀਓ ਅਲੱਗ ਬਣਾਵਾਂਗੇ, ਬਹੁਤ ਲੰਮਾ ਲੈਕਚਰ ਹੋ ਰਿਹਾ ਜੀ ਇਹ। ਤਾਂ ਪਾਵਰਸ ਨੂੰ ਮੈਂ ਅਲੱਗ ਤੋਂ ਐਕਸਪਲੇਨ ਕਰੂੰਗਾ ਸਾਰਾ ਡੀਪਲੀ। ਹੈ ਜਿਹੜੀਆਂ ਪਾਵਰਾਂ ਹੈ ਇਹ ਸਾਰੇ ਤੁਸੀਂ ਨੋਟ ਕਰ ਲਓ, ਇਹ ਸਾਰੀਆਂ ਆਪਾਂ ਡਿਸਕਸ ਕਰਾਂਗੇ ਅਗਲੇ ਲੈਕਚਰ ਦੇ ਵਿੱਚ। ਸੋ ਅਗਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ। ਸੋ ਜੋ ਵੀ ਇਸ ਵੀਡੀਓ ਦੀ PDF ਫਾਈਲ ਹੈ ਉਹ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂਗੀ। ਤੁਸੀਂ ਉੱਥੇ ਜਾ ਕੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰਕੇ ਉੱਥੇ ਵੀਡੀਓ PDF ਫਾਈਲ ਤੁਸੀਂ ਲੈ ਸਕਦੇ ਹੋ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ।